ਤੁਹਾਨੂੰ ਕੀ ਲੱਗਦਾ 3 ਸਾਲਾਂ 'ਚ ਤੁਹਾਡੀ ਪਾਰਟੀ ਦਾ ਗ੍ਰਾਫ ਘਟਿਆ ਹੈ, ਵਧਿਆ ਹੈ, ਉੱਥੇ ਹੀ ਖੜਾ ਹੈ? ਇਹ ਉਸੇ ਤਰ੍ਹਾਂ ਹੀ ਹੈ ਜਿਵੇਂ 17 'ਚ ਕਹਿੰਦੇ ਸੀ ਕਿ ਆਸ ਦੀ ਉਮੀਦ ਦੀ ਕਿਰਨ ਹੈ, ਵੇਵ ਹੈ, ਉਸੇ ਤਰ੍ਹਾਂ ਹੀ ਆ ਗਰਾਊਂਡ ਦੀ ਗੱਲ ਕਰ ਰਹੇ ਹੋ? 2017 ਦੇ ਵਿੱਚ ਇੱਕ ਉਹ ਮੈਂ ਨਹੀਂ ਕਹਿੰਦਾ ਸੀਗਾ, ਉਹ ਸਾਰੀ ਦੁਨੀਆ ਕਹਿੰਦੀ ਸੀਗੀ ਕਿ ਨੇਰੀ ਜਿਹੜੀ ਉਹ ਚੱਲ ਰਹੀ ਹੈ। ਆਮ ਲੋਕ ਹੀ ਕਹਿੰਦੇ ਸੀਗੇ ਕਿ 100 ਸੀਟਾਂ ਤੋਂ ਘੱਟ ਨਹੀਂ ਆਉਣੀਆਂ। ਸੰਜੇ ਸਿੰਘ ਨੇ ਸ਼ੁਰੂਆਤ ਕੀਤੀ, ਸੰਜੇ ਸਿੰਘ ਦੇ ਬਿਆਨ ਤੋਂ ਬਾਅਦ ਹੀ ਗੱਲ ਚੱਲੀ ਕਿ 100 ਸੀਟਾਂ ਆ ਰਹੀਆਂ। ਮੱਕੜ ਸਾਹਿਬ, ਤੁਸੀਂ 2017 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਲੋਕਾਂ ਨੇ ਸਾਥ ਦੇਣ ਵਾਲੀ ਕੋਈ ਕਸਰ ਨਹੀਂ ਛੱਡੀ ਹੈਗੀ, ਪਰ ਸਾਡੇ ਲੀਡਰਾਂ ਤੋਂ ਵੀ ਗਲਤੀਆਂ ਹੋਈਆਂ ਨੇ। ਲੀਡਰ ਹੈਗਾ ਪੰਜਾਬ ਪੱਧਰ ਦਾ? ਦੇਖੋ ਇਸ ਤਰ੍ਹਾਂ ਹੁੰਦਾ ਹੈ ਮੱਕੜ ਸਾਹਿਬ ਕਿ ਕਿਉਂਕਿ ਭਗਵੰਤ ਮਾਨ ਤਾਂ ਦਿੱਲੀ ਚਲੇ ਜਾਂਦੇ, ਉਹ ਤਾਂ ਰਿਪਰੈਜ਼ੈਂਟ ਕਰਦੇ ਲੋਕ ਸਭਾ ਦੇ ਵਿੱਚ ਜਾ ਕੇ, ਔਰ ਪਿਛਲੀ ਵਾਰ ਸੀਐਮ ਤੁਸੀਂ ਪ੍ਰੈਜ਼ੈਂਟ ਨਹੀਂ ਕੀਤਾ ਕੋਈ, ਉਹਨੂੰ ਗਲਤੀ ਮੰਨਦੇ ਹੋ? ਇਸ ਡਿਸੀਜਨ ਦੇ ਵਿੱਚ ਕਿ ਕੌਣ ਪਾਰਟੀ ਦਾ ਚਿਹਰਾ ਹੋਊਗਾ, ਕੌਣ ਪਾਰਟੀ ਦਾ ਚਿਹਰਾ ਨਹੀਂ ਹੋਊਗਾ, ਇਹਦੇ ਵਿੱਚ ਮੇਰੀ ਸੋਚ ਦੀ ਜਾਂ ਮੇਰੇ ਜਵਾਬ ਦੀ ਕੋਈ ਰੈਲੇਵੈਂਸ ਨਹੀਂ ਹੈ। ਇਟ ਮੀਨਸ ਕਿ ਭਗਵੰਤ ਮਾਨ ਵੀ ਪੰਜਾਬ ਦਾ ਚਿਹਰਾ ਹੋ ਸਕਦੇ ਨੇ। ਅਮਨ ਅਰੋੜਾ ਆਪਣੇ ਆਪ ਨੂੰ ਪੋਟੈਂਸ਼ੀਅਲ ਲੀਡਰ ਨਹੀਂ ਮੰਨਦੇ ਲੀਡ ਕਰਨ ਵਾਸਤੇ? ਕੁਐਸਚਨ ਕਰਦੇ ਹੋ ਕਦੇ ਇੰਟਰਨਲੀ? ਜਿਵੇਂ ਸੁਖਪਾਲ ਖਹਿਰਾ ਕਹਿੰਦੇ ਸੀ ਕਿ ਸਾਡੀ ਤਾਂ ਗੱਲ ਹੀ ਨਹੀਂ ਸੁਣੀ ਜਾਂਦੀ ਉੱਥੇ। ਕਿੱਥੇ? ਦਿੱਲੀ ਦੇ ਵਿੱਚ। ਇਹ ਜਿਹੜੇ ਸਾਨੂੰ ਘੇਰਨ ਦੀਆਂ ਗੱਲਾਂ ਕਰਦੇ ਨੇ, ਇਹ ਕੰਡੇ ਤਾਂ ਸਾਰੇ ਉਹਨਾਂ ਦੇ ਬੀਜੇ ਹੋਏ ਨੇ। ਇਹ ਕੰਡੇ ਬੀਜੇ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਦੇ ਤੇ ਕਾਂਗਰਸ ਪਾਰਟੀ ਨੇ, ਜਿਨ੍ਹਾਂ ਨੇ ਉੱਥੇ ਕਪੂਰੀ ਦੇ ਉੱਪਰ ਟੱਕ ਇੰਦਰਾ ਗਾਂਧੀ ਜੀ ਤੋਂ ਲਵਾਇਆ ਸੀਗਾ। ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਕਿ ਮੈਂ 4 ਹਫ਼ਤਿਆਂ 'ਚ ਨਸ਼ੇ ਖਤਮ ਕਰ ਦੂੰਗਾ, ਮੈਂ ਘਰ ਘਰ ਨੌਕਰੀ ਦੇ ਦੂੰਗਾ, ਮੈਂ ਸਾਰੇ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਹੈ ਜਿਹੜਾ ਉਹ ਮਾਫ ਕਰ ਦੂੰਗਾ, ਮੈਂ ਸਮਾਰਟਫੋਨ ਦੇ ਦੂੰਗਾ, ਮੈਂ 21,000 ਸ਼ਗਨ ਸਕੀਮ ਦਾ ਕਰ ਦੂੰਗਾ, 2500 ਪੈਨਸ਼ਨ ਦਾ ਕਰ ਦੂੰਗਾ, ਮੈਂ ਬਿਜਲੀ ਸਸਤੀ ਕਰ ਦੂੰਗਾ, ਮੈਂ ਸ਼ਰਾਬ ਮਾਫੀਆ, ਬਿਜਲੀ ਮਾਫੀਆ, ਰੇਤ ਮਾਫੀਆ ਸਾਰੇ ਖਤਮ ਕਰ ਦੂੰਗਾ। ਮੈਂ ਸਮਝਦਾ ਕਿ ਇੱਕ ਵੀ ਵਾਅਦਾ ਮੱਕੜ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਆਪਦੇ ਦਿਲ ਤੇ ਆਪਦੀ ਆਤਮਾ ਦੇ ਉੱਪਰ ਹੱਥ ਰੱਖ ਕੇ ਇਹ ਨਹੀਂ ਕਹਿ ਸਕਦੇ ਹੈਗੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿ ਮੈਂ ਵਾਅਦਾ ਪੂਰਾ ਕਰ ਦਿੱਤਾ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਸਿਆਸੀ ਗੱਲਾਂ, ਸਿਆਸੀ ਹਲਚਲ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚ। ਇਲੈਕਸ਼ਨ ਨੂੰ ਤਕਰੀਬਨ ਪੌਣੇ 2 ਸਾਲ ਨੇ, ਪਰ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਸਵਾਲ ਖੜੇ ਹੋਣੇ ਸ਼ੁਰੂ ਹੋਏ ਹੈ ਕਿ ਜੋ ਪੋਪੂਲਿਸਟ ਵਾਅਦੇ ਕੀਤੇ ਗਏ ਉਹ ਪੂਰੇ ਨਹੀਂ ਹੋਏ। ਆਮ ਆਦਮੀ ਪਾਰਟੀ ਨੂੰ ਇਸ ਪੂਰੇ ਸਿਨੈਰੀਓ 'ਚੋਂ ਕਦੇ ਵੀ ਮੰਨਫੀ ਨਹੀਂ ਕੀਤਾ ਜਾ ਸਕਦਾ। ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਹੈ, ਤਾਂ ਅੱਜ ਆਮ ਆਦਮੀ ਪਾਰਟੀ ਦੇ ਸਭ ਤੋਂ ਐਲੀਗੈਂਟ ਮੰਨੇ ਜਾਂਦੇ ਲੀਡਰ ਅਮਨ ਅਰੋੜਾ ਜੀ ਦੇ ਨਾਲ ਗੱਲਬਾਤ ਕਰਾਂਗੇ। ਅਮਨ ਜੀ, ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ। ਮਿਹਰਬਾਨੀ ਮੱਕੜ ਸਾਹਿਬ, ਥੈਂਕ ਯੂ। ਤੁਹਾਡਾ ਵੀ, ਸਾਰੇ ਤੁਹਾਡੇ ਦਰਸ਼ਕਾਂ ਨੂੰ ਪਰਵਾਹ ਚੜ੍ਹਦੀਆਂ ਕਲਾਮ 'ਚ ਰੱਖੋ ਜੀ, ਤੇ ਔਰ ਕਰੋਨਾ ਤੋਂ ਸਾਰੇ ਆਪਾਂ ਬਚੇ ਰਹੀਏ। ਸਟ੍ਰੈਟਜੀ ਚੇਂਜ ਹੋਊਗੀ 22 'ਚ ਜਾਂ 17 ਵਾਲੀ ਸਟ੍ਰੈਟਜੀ ਤੇ ਕੰਮ ਕਰੂਗੀ ਆਮ ਆਦਮੀ ਪਾਰਟੀ? ਨਹੀਂ, ਦੇਖੋ ਇਸ ਤਰ੍ਹਾਂ ਕਿ ਤੁਹਾਡਾ ਬੜਾ ਬ੍ਰੌਡ ਜਿਹਾ ਸਵਾਲ ਹੈ। ਮੈਂ ਸਮਝਦਾ ਕਿ ਹਰੇਕ ਇਲੈਕਸ਼ਨ ਹੈ ਜਿਹੜੀ ਉਹ ਡਿਫਰੈਂਟ ਪਰਸਪੈਕਟਿਵ ਦੇ ਵਿੱਚ, ਡਿਫਰੈਂਟ ਸਰਕਮਸਟੈਂਸਿਸ ਦੇ ਵਿੱਚ ਲੜੀ ਜਾਂਦੀ ਹੁੰਦੀ ਹੈ। ਹਾਂ, ਜਿਹੜੇ ਬੇਸਿਕਸ ਨੇ ਉਹ ਹਰੇਕ ਇਲੈਕਸ਼ਨ ਦੇ, ਹਰੇਕ ਲੜਾਈ ਦੇ ਸਿਮਿਲਰ ਹੁੰਦੇ ਨੇ, ਪਰ ਜਿਹੜੀਆਂ ਮਾਈਨਿਊਟ ਚੀਜ਼ਾਂ ਹੁੰਦੀਆਂ ਨੇ ਉਹ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਚੇਂਜ ਹੋ ਜਾਂਦੀਆਂ ਹੁੰਦੀਆਂ ਨੇ। ਹਾਲਾਤਾਂ ਮੁਤਾਬਕ ਹੈ ਜਿਹੜੀ ਸਟ੍ਰੈਟਜੀ ਚੇਂਜ ਹੁੰਦੀ ਰਹਿੰਦੀ ਹੈ। ਉਹ ਮੇਰੇ ਖਿਆਲ ਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ 2017 ਦੇ ਵਿੱਚ ਜ਼ਿਆਦਾ ਰੈਲੇਵੈਂਸ ਰੱਖਦੀਆਂ ਸੀਗੀਆਂ, ਅੱਜ ਘੱਟ ਨੇ। ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਣਗੀਆਂ ਕਿ ਉਸ ਸਮੇਂ ਘੱਟ ਰੈਲੇਵੈਂਸ ਸੀ, ਅੱਜ ਉਹਦੀ ਰੈਲੇਵੈਂਸ ਹੈ ਜਿਹੜੀ ਉਹ ਵੱਧ ਗਈ ਹੈ। ਸੋ ਹਾਲਾਤ ਬਦਲਦੇ ਰਹਿੰਦੇ ਨੇ, ਉਹਨਾਂ ਹਾਲਾਤਾਂ ਮੁਤਾਬਕ ਜਿਹੜੀ ਸਟ੍ਰੈਟਜੀ ਆਮ ਆਦਮੀ ਪਾਰਟੀ ਦੀ ਬਣੇਗੀ। ਸਰਕਾਰ ਦੇ 3-3.5 ਸਾਲ ਨੂੰ ਕਿਵੇਂ ਦੇਖਿਆ ਤੁਸੀਂ? ਵਾਅਦੇ ਬਹੁਤ ਸੀਗੇ, ਸਮਾਰਟਫੋਨ ਤੋਂ ਲੈ ਕੇ ਆਟਾ ਦਾਲ ਸਕੀਮ 'ਚ ਵਾਧਾ, ਸ਼ਗਨ ਸਕੀਮ, ਇਸ ਤਰ੍ਹਾਂ ਦੇ ਵਾਅਦੇ ਸੀ। ਨਸ਼ਾ 4 ਹਫ਼ਤਿਆਂ 'ਚ ਮੁੱਕੂਗਾ। ਦੇਖੋ ਇਸ ਤਰ੍ਹਾਂ ਹੈ ਮੱਕੜ ਸਾਹਿਬ ਕਿ ਬੜੇ ਸਪਸ਼ਟ ਤੌਰ ਦੇ ਉੱਪਰ ਜੇ ਤੁਸੀਂ ਅੱਜ ਕਿਸੇ ਲੇਮੈਨ ਤੋਂ ਪੁੱਛ ਲਓ ਤੇ ਉਹਨੂੰ ਇਹੀ ਕਹੇਗਾ ਕਿ 13.5 ਸਾਲਾਂ ਦੀ ਇੱਕੋ ਹੀ ਸਰਕਾਰ ਚੱਲ ਰਹੀ ਹੈ, ਕਿਉਂਕਿ ਇਹੀ ਲੁੱਟ ਦਾ ਕੁੱਟ ਦਾ ਦੌਰ ਪਹਿਲਾਂ 10 ਸਾਲ ਅਕਾਲੀ ਦਲ ਵੇਲੇ ਚੱਲਦਾ ਰਿਹਾ, ਹੁਣ 3.5 ਸਾਲਾਂ ਦਾ ਉਹੀ ਚੱਲ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਪੰਜਾਬ ਦੇ ਲੋਕਾਂ ਨੇ 2002 ਤੋਂ 7 ਵਾਲਾ ਇੱਕ ਸਟੇਟਸਮੈਨ ਲੀਡਰ ਸਮਝ ਕੇ ਏਡਾ ਵੱਡਾ ਮੈਂਡੇਟ ਦਿੱਤਾ, ਪਰ 3.5 ਸਾਲਾਂ ਦੇ ਕੈਪਟਨ ਸਾਹਿਬ ਹੈ ਕਿੱਥੇ? ਲੋਕਾਂ ਨੂੰ ਇਹੀ ਸਮਝ ਨਹੀਂ ਆ ਰਹੀ ਹੈਗੀ। ਵਾਅਦੇ ਕੀਤੇ ਕੈਪਟਨ ਅਮਰਿੰਦਰ ਸਿੰਘ ਨੇ, ਜਿਵੇਂ ਕਿਹਾ 2002 ਤੋਂ 7 ਦੇ ਵਿੱਚ ਜੇ ਕਰਪਸ਼ਨ ਨੂੰ ਨੱਥ ਪਾਈ, ਪੀਪੀਐਸਸੀ ਦੇ ਰਵੀ ਸਿੱਧੂ ਹੋਰਾਂ ਨੂੰ ਨੱਥ ਪਾਈ, ਜਾਂ ਪਾਣੀਆਂ ਦੇ ਉੱਪਰ ਜਿਸ ਤਰੀਕੇ ਦੇ ਐਗਰੀਮੈਂਟ ਉਹਨਾਂ ਨੇ ਨਲ ਕੀਤੇ ਜਿਹੜੇ SYL ਦੇ ਸੀਗੇ, ਤੇ ਹੁਣ ਇਹਨਾਂ ਸਮਿਆਂ ਦੇ ਵਿੱਚ ਜਦ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਕਿ ਮੈਂ 4 ਹਫ਼ਤਿਆਂ 'ਚ ਨਸ਼ੇ ਖਤਮ ਕਰ ਦੂੰਗਾ, ਮੈਂ ਘਰ ਘਰ ਨੌਕਰੀ ਦੇ ਦੂੰਗਾ, ਮੈਂ ਸਾਰੇ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਹੈ ਜਿਹੜਾ
ਉਹ ਮਾਫ ਕਰ ਦੂੰਗਾ, ਮੈਂ ਸਮਾਰਟਫੋਨ ਦੇ ਦੂੰਗਾ, ਮੈਂ 21,000 ਸ਼ਗਨ ਸਕੀਮ ਦਾ ਕਰ ਦੂੰਗਾ, 2500 ਪੈਨਸ਼ਨ ਦਾ ਕਰ ਦੂੰਗਾ, ਮੈਂ ਬਿਜਲੀ ਸਸਤੀ ਕਰ ਦੂੰਗਾ, ਮੈਂ ਸ਼ਰਾਬ ਮਾਫੀਆ, ਬਿਜਲੀ ਮਾਫੀਆ, ਰੇਤ ਮਾਫੀਆ ਸਾਰੇ ਖਤਮ ਕਰ ਦੂੰਗਾ। ਮੈਂ ਸਮਝਦਾ ਕਿ ਇੱਕ ਵੀ ਵਾਦਾ ਮੱਕੜ ਸਾਹਿਬ, ਕੈਪਟਨ ਅਮਰਿੰਦਰ ਸਿੰਘ ਜੀ ਆਪਦੇ ਦਿਲ ਤੇ ਆਪਦੀ ਆਤਮਾ ਦੇ ਉੱਪਰ ਹੱਥ ਰੱਖ ਕੇ ਇਹ ਨਹੀਂ ਕਹਿ ਸਕਦੇ ਹੈਗੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਵਾਅਦਾ ਪੂਰਾ ਕਰ ਦਿੱਤਾ। ਹਾਂ, ਤੁਸੀਂ ਲੇਖ ਲਿਖਣੇ ਨੇ ਆਪਦੇ ਫਾਰਮ ਹਾਊਸ ਤੇ ਬੈਠ ਕੇ ਤਾਂ ਜਿੰਨੇ ਮਰਜ਼ੀ ਲਿਖੀ ਚਲੋ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਪਿਛਲੇ ਦਿਨ ਉਹਨਾਂ ਨੇ ਲਿਖਿਆ ਇੱਕ ਲੇਖ ਕਿ ਮੈਂ 75% ਵਾਅਦੇ ਪੂਰੇ ਕਰ ਦਿੱਤੇ। ਮੈਂ ਕਹਿੰਦਾ ਵੀ ਜੇ ਤੁਸੀਂ ਗੱਲਾਂ ਨਾਲ ਹੀ ਕੜਾਹ ਪਕਾਉਣਾ ਹੈ ਤੇ ਫਿਰ ਮਿੱਠਾ ਜਿਹਾ ਘਿਓ ਦੀ ਤੁਸੀਂ ਕਿਰਸ ਕਿਉਂ ਕਰ ਰਹੀ, 100% ਹੀ ਕਹਿ ਦਿੰਦੇ। ਇੱਕ ਵਾਅਦਾ ਕੈਪਟਨ ਅਮਰਿੰਦਰ ਸਿੰਘ ਅੱਜ ਨਹੀਂ ਕਹਿ ਸਕਦੇ ਹੈ ਕਿ ਮੈਂ ਵਾਅਦਾ ਪੂਰਾ ਕਰ ਦਿੱਤਾ। ਸੋ ਮੈਂ ਸਮਝਦਾ ਕਿ ਉਹੀ ਲੁੱਟ ਘਸੁੱਟ ਪੰਜਾਬ ਦੇ ਸਿਰ ਕਰਜ਼ਾ ਜਿਹੜਾ 14,000 ਕਰੋੜ ਹਰ ਸਾਲ ਚੜ ਰਿਹਾ ਸੀ, 10 ਸਾਲਾਂ 'ਚ 1,40,000 ਕਰੋੜ ਚੜਾਇਆ, ਤੇ ਇਹ ਹਰ ਸਾਲ 18,500 ਕਰੋੜ ਦਾ ਕਰਜ਼ਾ ਜਿਹੜਾ ਉਹ ਚੜਾ ਰਹੇ ਨੇ। ਸੋ ਇਸ ਕਰਕੇ ਪੰਜਾਬ ਦੇ ਵਿੱਚ ਪਹਿਲਾਂ ਨਾਲੋਂ ਵੀ ਹਾਲਾਤ ਨੇ ਜਿਹੜੇ ਉਹ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਨੇ ਤੇ ਨਿਘਾਰ ਵੱਲ ਪੰਜਾਬ ਜਾ ਰਿਹਾ ਹੈ। ਪਰ ਅਕਾਲੀ ਦਲ ਵੇਲੇ ਇਹ ਤਾਂ ਪਤਾ ਲੱਗਦਾ ਸੀਗਾ ਕਿ ਹਾਂ ਸਰਕਾਰ ਕੋਈ ਹੈ, ਕਿਉਂਕਿ ਬਾਦਲ ਸਾਹਿਬ ਰੋਜ਼ 2-2 3-3 ਸੰਗਤ ਦਰਸ਼ਨ ਕਰਦੇ ਸੀਗੇ ਤੇ ਕੈਪਟਨ ਸਾਹਿਬ ਤਾਂ ਹੁਣ 3.5 ਸਾਲਾਂ ਦੇ ਕਰੋਨਾ ਤਾਂ ਹੋਣਾ ਹੈ ਪੰਜਾਬ ਦੇ ਵਿੱਚ, 3.5 ਸਾਲਾਂ ਦੇ ਵਿੱਚ ਆਪਦੇ ਲਗਜ਼ਰੀ ਕੁਆਰੰਟਾਈਨ ਦੇ ਵਿੱਚ, ਲਗਜ਼ਰੀ ਇਕਾਂਤਵਾਸ ਦੇ ਵਿੱਚ ਨੇ। ਉਹਨਾਂ ਦੇ ਆਪਦੇ ਐਮਐਲਏ ਮੰਤਰੀ ਨੇ ਉਹਨਾਂ ਨੂੰ ਮਿਲ ਪਾਉਂਦੇ ਹੈਗੇ, ਆਮ ਲੋਕਾਂ ਨੂੰ ਕਿੱਥੇ ਮਿਲ ਕੇ ਉਹਨਾਂ ਦੇ ਮਸਲੇ ਹੱਲ ਕਰਨਗੇ। ਤੁਹਾਡੇ ਲੀਡਰ ਜੋ ਮਰਜ਼ੀ ਗੱਲਾਂ ਕਰਦੇ ਰਹੇ ਹੁਣ 3 ਸਾਲਾਂ 'ਚ, ਤੁਸੀਂ ਲੌਜੀਕਲ ਸਟੇਟਮੈਂਟਸ ਦਿੱਤੀਆਂ ਹੈ, ਕਦੇ ਸ਼ੇਖ ਚਿੱਲੀ ਵਾਲੀ ਸਟੇਟਮੈਂਟ ਨਹੀਂ ਦਿੱਤੀ। ਇਸੇ ਤਰ੍ਹਾਂ ਓਨੈਸਟ ਜਿਹਾ ਜਵਾਬ ਚਾਹੁੰਦਾ, ਤੁਹਾਨੂੰ ਕੀ ਲੱਗਦਾ 3 ਸਾਲਾਂ 'ਚ ਤੁਹਾਡੀ ਪਾਰਟੀ ਦਾ ਗ੍ਰਾਫ ਘਟਿਆ ਹੈ, ਵਧਿਆ ਹੈ, ਉੱਥੇ ਹੀ ਖੜਾ ਹੈ? ਨਹੀਂ, ਦੇਖੋ ਇਸ ਤਰ੍ਹਾਂ ਕਿ ਸ਼ੇਖ ਚਿੱਲੀ ਵਾਲੀਆਂ ਗੱਲਾਂ ਕਰਕੇ ਜਾਂ ਐਵੇਂ ਇੱਕ ਦੂਜੇ ਤੇ ਚਿੱਕੜ ਛਾਲ ਕੇ ਤਾਂ ਪੰਜਾਬ ਦਾ ਤੇ ਨਾ ਪਾਰਟੀਆਂ ਦਾ ਨਾ ਲੀਡਰ ਦਾ ਕਦੇ ਕੋਈ ਭਲਾ ਵੀ ਨਹੀਂ ਹੁੰਦਾ ਹੈਗਾ, ਬਲਕਿ ਲੋਕ ਅੱਜ ਕੱਲ ਬੜੇ ਸਿਆਣੇ ਹੋ ਜਾਂਦੇ ਨੇ। ਅਲਟੀਮੇਟਲੀ ਯੂ ਯੋਰਸੈਲਫ ਬਿਕਮ ਅ ਲਾਫਿੰਗ ਸਟਾਕ, ਤੋਂ ਲੋਕ ਤੁਹਾਡੇ ਆਪਣੇ ਆਪ ਦੇ ਉੱਪਰ, ਤੁਹਾਡੀ ਸਮਝ ਦੇ ਉੱਪਰ ਹੱਸਣਾ ਜਿਹੜਾ ਸ਼ੁਰੂ ਕਰ ਦਿੰਦੇ ਨੇ। ਸੋ ਇਸ ਕਰਕੇ ਗੱਲ ਹੈ ਜਿਹੜੀ ਮੈਂ ਸਮਝਦਾ ਕਿ ਹਮੇਸ਼ਾ ਪ੍ਰੈਕਟੀਕਲ ਔਰ ਤੱਥਾਂ ਦੇ ਆਧਾਰ ਦੇ ਉੱਪਰ ਕਰਨੀ ਚਾਹੀਦੀ ਹੈ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦੇ ਵੋਟ ਸ਼ੇਅਰ ਦੀ ਗੱਲ ਹੈ ਜਾਂ ਸਾਡੀ ਸਟੈਂਡਿੰਗ ਦੀ ਗੱਲ ਹੈ, ਜੇ ਤਾਂ ਦੇਖੀਏ ਆਪਾਂ ਪਰਸੈਂਟੇਜ ਆਫ ਵੋਟ ਸ਼ੇਅਰ, ਜੇ ਆਪਾਂ 17 ਤੋਂ ਦੇਖੀਏ 19 ਦੇ ਵਿੱਚ, ਪ੍ਰੈਕਟੀਕਲੀ ਦਿਸ ਇਜ਼ ਹਾਊ ਯੂ ਡਿਟਰਮਿਨ ਸਟੈਂਡਿੰਗ ਆਫ ਐਨੀ ਪੋਲੀਟੀਕਲ ਪਾਰਟੀ, ਤੇ ਉਹਦੇ ਚ ਨੋ ਡਾਊਟ ਸਾਡੇ ਵਿੱਚ, ਸਾਡੇ ਵੋਟ ਸ਼ੇਅਰ ਦੇ ਵਿੱਚ ਕਾਫੀ ਡਿਕਲਾਈਨ ਹੈ ਜਿਹੜਾ ਉਹ ਨਿਘਾਰ ਆਇਆ। ਉਦੋਂ ਸਾਨੂੰ ਤਕਰੀਬਨ 25% ਵੋਟਾਂ ਪਈਆਂ, ਪਾਰਲੀਮੈਂਟ ਦੇ ਵਿੱਚ ਆ ਕੇ ਸਾਨੂੰ 7% ਵੋਟਾਂ ਪਈਆਂ, ਅਸੀਂ 4 ਤੋਂ 1 ਸੀਟ ਦੇ ਉੱਪਰ ਆ ਗਏ। ਇਹ ਚੀਜ਼ਾਂ ਨੋ ਡਾਊਟ ਹੋਈਆਂ ਨੇ, ਪਰ ਮੈਂ ਇਹਦੇ ਵਿੱਚ ਉਹ ਜਿਵੇਂ ਕਹਿੰਦੇ ਨੇ ਨਾ ਕਿ देयर इज स्टिल ਰੇ ਆਫ ਹੋਪ, ਇੱਕ ਉਮੀਦ ਆਸ ਦੀ ਕਿਰਨ ਹੈ ਜਿਹੜੀ ਉਹ 2022 ਦੀ ਅੱਜ ਵੀ ਮੈਨੂੰ ਬਹੁਤ ਵੱਡੇ ਪੱਧਰ ਤੇ ਉੱਪਰ ਨਜ਼ਰ ਆਉਂਦੀ ਹੈ। ਉਹ ਇਹ ਉਸੇ ਤਰ੍ਹਾਂ ਹੀ ਹੈ ਜਿਵੇਂ 17 ਚ ਕਹਿੰਦੇ ਸੀ ਕਿ ਆਰਟਸ ਦੀ ਉਮੀਦ ਦੀ ਕਿਰਨ ਹੈ, ਵੇਵ ਹੈ, ਉਸੇ ਤਰ੍ਹਾਂ ਹੀ ਆ ਗਰਾਊਂਡ ਦੀ ਗੱਲ ਕਰ ਰਹੇ ਹੋ ਤੁਸੀਂ। ਲੈਟ ਮੀ ਕੰਪਲੀਟ। ਦੇਖੋ ਗੱਲ ਇਹ ਹੈ ਕਿ 2017 ਦੇ ਵਿੱਚ ਇੱਕ, ਉਹ ਮੈਂ ਨਹੀਂ ਕਹਿੰਦਾ ਸੀਗਾ, ਉਹ ਸਾਰੀ ਦੁਨੀਆ ਕਹਿੰਦੀ ਸੀਗੀ ਕਿ ਨੇਰੀ ਹੈ ਜਿਹੜੀ ਉਹ ਚੱਲ ਰਹੀ ਹੈ। ਆਮ ਲੋਕ ਹੀ ਕਹਿੰਦੇ ਸੀਗੇ ਕਿ 100 ਸੀਟਾਂ ਤੋਂ ਘੱਟ ਨਹੀਂ ਆਉਣੀਆਂ। ਸੰਜੇ ਸਿੰਘ ਨੇ ਸ਼ੁਰੂਆਤ ਕੀਤੀ, ਸੰਜੇ ਸਿੰਘ ਦੇ ਬਿਆਨ ਤੋਂ ਬਾਅਦ ਹੀ ਗੱਲ ਚੱਲੀ ਕਿ 100 ਸੀਟਾਂ ਆ ਰਹੀਆਂ। ਮੱਕੜ ਸਾਹਿਬ ਤੁਸੀਂ ਦੇਖੋ, ਮੈਨੂੰ ਜਿਆਦਾ ਕੰਪਲੀਟ ਕਰਨ ਦਿਓ। ਜਦੋਂ ਤੁਸੀਂ ਪੋਲੀਟੀਕਲ ਫੀਲਡ ਦੇ ਵਿੱਚ ਹੁੰਦੇ ਹੋ, ਤੁਹਾਨੂੰ ਕਈ ਗੱਲਾਂ ਕਹਿਣੀਆਂ ਵੀ ਪੈਂਦੀਆਂ ਹੁੰਦੀਆਂ ਨੇ ਆਪਦੇ ਲੋਕਾਂ ਨੂੰ ਬੂਸਟ ਅਪ ਕਰਨ ਦੇ ਲਈ, ਤੇ ਕਈ ਚੀਜ਼ਾਂ ਨੇ ਜਿਹੜੀਆਂ ਉਹਨਾਂ ਦਾ ਕਈ ਵਾਰੀ ਬੈਨੀਫਿਟ ਵੀ ਹੋ ਜਾਂਦਾ, ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਹੈ। ਹੁਣ ਜੋ ਤੁਸੀਂ ਮਾਘੀ ਦਾ ਮੇਲਾ 2016 ਦਾ ਜੇ ਯਾਦ ਕਰੋ, ਤੇ ਕੌਣ ਕਹਿੰਦਾ ਸੀਗਾ ਵੀ 100 ਸੀਟਾਂ ਨਹੀਂ ਆਉਣਗੀਆਂ, ਪਰ ਉਹਨਾਂ ਗੱਲਾਂ ਨੂੰ ਛੱਡ ਦਿਓ, ਕਿਉਂਕਿ ਜਿਹੜੀਆਂ ਗੱਲਾਂ ਹਵਾ ਦੇ ਵਿੱਚ ਨੇ ਉਹਨਾਂ ਨੂੰ ਕਰਨ ਦਾ ਫਾਇਦਾ ਕੋਈ ਨਹੀਂ ਹੁੰਦਾ ਹੈਗਾ। ਮੈਂ ਜਿਹੜੀ ਗੱਲ ਕਹਿ ਰਿਹਾ, ਮੈਨੂੰ ਰੇ ਆਫ ਹੋਪ, ਮੈਨੂੰ ਇੱਕ ਉਮੀਦ ਦੀ ਕਿਰਨ, ਉਹ ਅੱਜ ਵੀ ਇਸ ਗੱਲ ਦੇ ਵਿੱਚ ਨਜ਼ਰ ਆ ਰਹੀ ਹੈ। 2017 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਲੋਕਾਂ ਨੇ ਸਾਥ ਦੇਣ ਵਾਲੀ ਕੋਈ ਕਸਰ ਨਹੀਂ ਛੱਡੀ ਹੈਗੀ, ਪਰ ਸਾਡੇ ਲੀਡਰਾਂ ਤੋਂ ਵੀ ਗਲਤੀਆਂ ਹੋਈਆਂ ਨੇ, ਜਿਹਦੀ ਵਜ੍ਹਾ ਕਰਕੇ ਇੱਕ ਕਲੀਅਰ ਮੈਂਡੇਟ ਦੀ ਬਜਾਏ ਅਸੀਂ 20 ਸੀਟਾਂ ਦੇ ਉੱਪਰ ਖੜ ਗਏ। ਪਰ ਉਹ ਰੇ ਆਫ ਹੋਪ ਮੈਨੂੰ ਅੱਜ ਇਸ ਗੱਲ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਨੰਬਰ 1, ਉਦੋਂ ਗੱਲ ਸੀ ਜਿਹੜੀ ਹਵਾਈ ਸੀਗੀ, ਅੱਜ ਸਾਡੇ ਕੋਲੇ ਇੱਕ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਟਰਾਈਡ ਐਂਡ ਟੈਸਟਡ ਗਵਰਨੈਂਸ ਮਾਡਲ ਹੈ। ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਨਾ ਅਕਾਲੀ ਦਲ ਜਾਂ ਨਾ ਕਾਂਗਰਸ ਉਹ ਇੰਨੀ ਤਕੜੀ ਹੈ, ਇੰਨੀ ਮਜ਼ਬੂਤ ਤਾਂ ਨਹੀਂ ਨਾ ਹੈਗੀ ਜਿੰਨੀ ਨਰਿੰਦਰ ਮੋਦੀ ਜੀ, ਅਮਿਤ ਸ਼ਾਹ, ਬੀਜੇਪੀ ਦਿੱਲੀ ਦੇ ਵਿੱਚ ਨੇ। ਜੇ ਉਹ 17 ਦੇ ਵਿੱਚੋਂ 8 ਸੀਟਾਂ ਤੇ ਸਿਮਟ ਸਕਦੇ ਨੇ, ਤੇ ਇਹਦਾ ਮਤਲਬ ਕਿ ਲੋਕਾਂ ਨੇ ਮੰਦਰ, ਮਸਜਿਦ, ਧਰਮਾਂ, ਮਜ਼ਹਬਾਂ, ਫਿਰਕਿਆਂ ਦੀ ਰਾਜਨੀਤੀ ਨੂੰ ਛੱਡ ਕੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਜੀ ਦਾ ਗਵਰਨੈਂਸ ਮਾਡਲ ਜਿਹੜਾ ਉਹ ਚੂਜ਼ ਕੀਤਾ। ਨੰਬਰ 1, ਦੈਟ ਮੀਨਸ ਵੀ ਹੈਵ ਅ ਕਲੀਅਰ ਟਰੈਕ ਰਿਕਾਰਡ ਆਫ ਅ ਗੁੱਡ ਗਵਰਨੈਂਸ, ਨੰਬਰ 1। ਨੰਬਰ 2, ਜਿਹੜਾ ਇੱਕ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਬਹੁਤ ਵੱਡੀ ਆਸ ਸੀਗੀ
ਕਿ ਪਤਾ ਨਹੀਂ ਜੇ ਕੈਪਟਨ ਸਾਹਿਬ ਆ ਜਾਣਗੇ 2002 ਤੋਂ 7 ਤੱਕ ਜਿਵੇਂ ਉਹਨਾਂ ਨੇ ਰਾਜ ਚਲਾਇਆ ਤੇ ਪਤਾ ਨਹੀਂ ਕੀ ਹੋ ਜਾਏਗਾ। ਅੱਜ ਮੈਂ ਸਮਝਦਾ ਕਿ ਲੋਕ, ਤੁਸੀਂ ਮੈਨੂੰ ਛੱਡ ਦਿਓ, ਕਿਸੇ ਕਾਂਗਰਸ ਦੇ ਐਮਐਲਏ ਮੰਤਰੀ ਤੋਂ ਪੁੱਛ ਲਓ, ਉਹ ਸ਼ਾਇਦ ਆਮ ਇੱਕ ਲੇਮੈਨ ਤੋਂ ਵੀ ਵੱਧ ਮਾਯੂਸ ਹੋਵੇ ਕਿ ਲੋਕਾਂ ਦੇ ਵਿੱਚ ਵੜਨਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਕਰਕੇ ਉਹ ਸੰਭਵ ਨਹੀਂ ਹੋ ਪਾ ਰਿਹਾ ਹੈਗਾ। ਔਰ ਤੀਸਰੀ ਗੱਲ, ਤੁਸੀਂ ਨਾਓ ਵੀ ਆਰ ਅ ਪੋਲੀਟੀਕਲ ਪਾਰਟੀ, ਸਾਨੂੰ ਤਕਰੀਬਨ 6-7 ਸਾਲ ਹੋ ਗਏ ਪੰਜਾਬ ਦੇ ਵਿੱਚ ਵੀ ਸਾਨੂੰ ਐਕਟਿਵਲੀ ਕੰਮ ਕਰਦੇ ਆ। ਸਾਡਾ ਟਰੈਕ ਰਿਕਾਰਡ ਹੈ ਜਿਹੜਾ ਸਾਡੇ ਇਕੱਲੇ ਇੱਕ ਬੂਥ ਲੈਵਲ ਦੇ ਵਰਕਰ ਤੋਂ ਲੈ ਕੇ ਸਾਰੇ ਐਮਐਲਏਆਂ ਦਾ, ਸਾਰੇ ਅਹੁਦੇਦਾਰਾਂ ਤੋਂ ਲੈ ਕੇ ਭਗਵੰਤ ਮਾਨ ਜਿਹੜੇ ਸਾਡੇ ਪਾਰਟੀ ਪ੍ਰਧਾਨ ਨੇ, ਸਾਰਿਆਂ ਦੀ ਚਾਦਰ ਹੈ ਜਿਹੜੀ ਉਹ ਸਾਫ਼ ਹੈ, ਉਹ ਬੇਦਾਗ ਹੈ, ਕਿਸੇ ਦੇ ਉੱਪਰ ਇੰਨਾ ਵੀ ਦਾਗ ਨਹੀਂ ਹੈਗਾ। ਸੋ ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਕਿ ਮੈਨੂੰ ਇੱਕ ਬਹੁਤ ਉਮੀਦ, ਆਸ ਦੀ ਕਿਰਨ ਨੇ ਜਿਹੜੀਆਂ ਦਿਖਾਉਂਦੀਆਂ ਨੇ ਕਿ ਜੇ ਅਸੀਂ ਆਪਦੀਆਂ ਇਹ ਗੱਲਾਂ ਸਹੀ ਤਰੀਕੇ ਦੇ ਵਿੱਚ ਇਨ ਰਾਈਟ ਪਰਸਪੈਕਟਿਵ ਜੇ ਅਸੀਂ ਲੋਕਾਂ ਤੱਕ ਲੈ ਗਏ ਤੇ ਲੋਕਾਂ ਨੂੰ ਇਹ ਗੱਲ ਸਾਡੀ ਜੱਚ ਗਈ ਕਿ ਯਾਰ ਬੰਦੇ ਬੇਸ਼ੱਕ ਨਵੇਂ ਹੋ ਸਕਦੇ ਨੇ, ਪਰ ਇਹਨਾਂ ਦੀ ਨੀਅਤ ਹੈ ਜਿਹੜੀ ਔਰ ਨੀਤੀ ਹੈ ਜਿਹੜੀ ਉਹ ਬੜੀ ਸਾਫ਼ ਹੈ। ਤੇ ਮੈਂ ਸਮਝਦਾ ਕਿ ਸਰਕਾਰ ਚਲਾਉਣ ਦੇ ਲਈ, ਸਟੇਟ ਚਲਾਉਣ ਦੇ ਲਈ ਨਵਾਂ ਪੁਰਾਣਾ ਹੋਣਾ, ਵੈਸੇ ਤਾਂ ਚਲੋ ਹੁਣ ਵੀ ਸਾਡਾ 5-6-7 ਸਾਲ ਦਾ ਪੋਲੀਟੀਕਲ ਐਕਸਪੀਰੀਅੰਸ ਹੋ ਗਿਆ ਸਾਡੇ ਸਾਰੇ ਐਮਐਲਏ। ਤੁਹਾਡਾ ਤਾਂ ਬਹੁਤ ਜ਼ਬਰਦਸਤ ਹੈ, ਤੁਹਾਡਾ ਤਾਂ ਪੀੜ੍ਹੀਆਂ ਦਾ ਐਕਸਪੀਰੀਅੰਸ ਹੈ। ਮੈਂ ਦੇਖੋ ਇੰਡੀਵਿਜੂਅਲੀ ਮੈਂ ਇੰਨਾ ਕੁ ਮੈਟਰ ਕਰ ਸਕਦਾ ਪਾਰਟੀ ਦੇ ਵਿੱਚ। ਜੇ ਮੈਂ ਪਾਰਟੀ ਦੀ ਐਜ਼ ਗੱਲ ਕਰਾਂ ਤੇ ਪਾਰਟੀ ਕੋਲ ਵੀ ਹੁਣ ਪੰਜਾਬ ਦਾ 6-7 ਸਾਲ ਦਾ ਐਕਸਪੀਰੀਅੰਸ ਹੈ ਜਿਹੜਾ ਉਹ ਹੋ ਚੁੱਕਿਆ। ਅਸੀਂ ਲੋਕਾਂ ਨੇ ਸਾਨੂੰ ਟਰਾਈ ਕਰ ਲਿਆ, ਸਾਨੂੰ ਟੈਸਟ ਕਰ ਲਿਆ, ਸਾਡੇ ਤੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਹੈਗਾ ਸਾਰੀ ਪਾਰਟੀ ਦੇ ਉੱਪਰ। ਔਰ ਕੋਈ ਰਾਕਟ ਸਾਇੰਸ ਨਹੀਂ ਹੈ ਜੀ ਸਰਕਾਰਾਂ ਚਲਾਉਣ ਦੇ ਵਿੱਚ। ਮੈਂ ਅੱਜ ਦਾਅਵੇ ਨਾਲ ਕਹਿਣਾ, ਜਿਹੜੇ ਇਹ ਮਾਫੀਆਜ਼ ਦੀ ਗੱਲ ਕਰਦੇ ਨੇ, ਅੱਜ ਚਾਹੇ ਸ਼ਰਾਬ ਮਾਫੀਆ ਹੈ, ਚਾਹੇ ਬਿਜਲੀ ਮਾਫੀਆ ਹੈ, ਚਾਹੇ ਰੇਤ ਮਾਫੀਆ ਹੈ, ਅੱਜ ਸਾਡਾ ਲੌਜਿਕ ਹੈ ਜਿਹੜਾ, ਸਾਡੇ ਕੋਲ ਹਰੇਕ ਚੀਜ਼ ਦਾ ਵਿਜ਼ਨ ਹੈ, ਹਰੇਕ ਚੀਜ਼ ਦਾ ਬਲੂਪ੍ਰਿੰਟ ਹੈ। ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਈ ਵਾਰੀ ਬੇਨਤੀ ਕਰ ਚੁੱਕੇ, ਕਈ ਵਾਰੀ ਚੈਲੰਜ ਕਰ ਚੁੱਕੇ ਕਿ ਤੁਸੀਂ ਉਹ ਮਾਡਲ ਅਡਾਪਟ ਕਰ ਲਓ ਤੇ ਪੰਜਾਬ ਦੇ ਖਜ਼ਾਨੇ 'ਚ ਹਰ ਸਾਲ 25-27 ਹਜ਼ਾਰ ਕਰੋੜ ਰੁਪਏ ਜਿਹੜਾ ਉਹ ਐਡੀਸ਼ਨਲ ਆਉਣ ਲੱਗ ਜੂਗਾ। ਜੇ 25-27 ਹਜ਼ਾਰ ਤੁਹਾਡੇ ਕੋਲ ਐਡੀਸ਼ਨਲ ਆਉਣ ਲੱਗ ਜੀ, 25-27 ਹਜ਼ਾਰ ਕਰੋੜ, ਦੈਟ ਮੀਨਸ 5 ਸਾਲਾਂ 'ਚ ਯੂ ਗੈਟ ਆਲਮੋਸਟ 1.2 ਲੱਖ ਐਡੀਸ਼ਨਲ ਰੈਵਨਿਊ ਇਨ ਗਵਰਨਮੈਂਟ ਐਕਸਚੇਕਰ। ਉਹਦੇ ਨਾਲ ਤੁਸੀਂ ਕਰਜ਼ੇ ਵੀ ਮਾਫ ਕਰ ਸਕਦੇ ਹੋ, ਤੁਸੀਂ ਇੰਡਸਟਰੀ ਨੂੰ ਬੈਨੀਫਿਟ ਵੀ ਦੇ ਸਕਦੇ ਹੋ, ਤੁਸੀਂ ਨੌਜਵਾਨਾਂ ਨੂੰ ਨੌਕਰੀਆਂ ਵੀ ਦੇ ਸਕਦੇ ਹੋ। ਆ ਮੋਬਾਈਲ ਤੇ ਪੈਨਸ਼ਨਾਂ ਨੇ ਜਿਹੜੀਆਂ ਜਾਂ ਸ਼ਗਨ ਸਕੀਮਾਂ ਨੇ ਤਾਂ ਹੈ ਹੀ ਕੁਝ ਨਹੀਂ। ਸੋ ਇਸ ਕਰਕੇ ਵਾਟ ਆਈ ਮੀਨ ਟੂ ਸੇ ਕਿ ਉਮੀਦ, ਆਸ ਦੀ ਕਿਰਨ ਹੈ ਜਿਹੜੀ ਉਹ ਹਜੇ ਵੀ ਬੜੀ ਬੁਲੰਦ ਹੈ। ਤੇ ਜੇ ਲੋਕਾਂ ਨੂੰ ਸਾਡੀ ਸਾਫ਼ ਨੀਅਤ ਔਰ ਨੀਤੀ ਦਿਖੇਗੀ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ 2017 ਤੋਂ ਵੀ ਵਧੀਆ ਮਾਹੌਲ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਬਣ ਸਕਦਾ ਹੈ। ਲੀਡਰ ਹੈਗਾ ਪੰਜਾਬ ਪੱਧਰ ਦਾ? ਦੇਖੋ ਇਸ ਤਰ੍ਹਾਂ ਹੁੰਦਾ ਹੈ ਮੱਕੜ ਸਾਹਿਬ ਕਿ ਲੀਡਰ ਕਿਉਂਕਿ ਭਗਵੰਤ ਮਾਨ ਤਾਂ ਦਿੱਲੀ ਚਲੇ ਜਾਂਦੇ ਹੋ ਤਾਂ ਰਿਪਰੈਜ਼ੈਂਟ ਕਰਦੇ ਲੋਕ ਸਭਾ ਦੇ ਵਿੱਚ ਜਾ ਕੇ, ਔਰ ਪਿਛਲੀ ਵਾਰ ਸੀਐਮ ਤੁਸੀਂ ਪ੍ਰੈਜ਼ੈਂਟ ਨਹੀਂ ਕੀਤਾ ਕੋਈ, ਉਹਨੂੰ ਗਲਤੀ ਮੰਨਦੇ ਹੋ? ਇੱਕ ਜੇ ਦੇਖੋ ਨੰਬਰ 1 ਤਾਂ ਲੀਡਰ ਦੀ ਗੱਲ ਕਰਦੇ ਹੋ, ਲੀਡਰ ਹੈ ਜਿਹੜਾ, ਲੀਡਰ ਲੋਕਾਂ ਦੇ ਵਿੱਚੋਂ ਪੈਦਾ ਹੁੰਦੇ ਨੇ। ਜੇ ਭਗਵੰਤ ਮਾਨ ਹੈ ਜਾਂ ਸਾਡੇ ਚਾਹੇ ਬਾਕੀ ਐਮਐਲਏ ਨੇ ਜਾਂ ਅਸੀਂ ਲੋਕ ਆ, ਅਸੀਂ ਵੀ ਸਾਰੇ ਆਮ ਘਰਾਂ ਦੇ ਵਿੱਚੋਂ ਆ। ਜੇ ਆਪਾਂ ਕਹੀਏ ਕੋਈ ਜੱਦੀ ਪੁਸ਼ਤੀ ਕਿਸੇ ਦੀ 3 ਪੀੜ੍ਹੀਆਂ ਦੇ ਵਿੱਚ ਰਾਜ ਭਾਗ ਚੱਲ ਰਿਹਾ, ਉਹ ਲੰਬਾ ਚੌੜਾ ਇੱਥੇ ਨਹੀਂ ਹੈਗਾ। ਇਟ ਮੀਨਸ ਕਿ ਭਗਵੰਤ ਮਾਨ ਵੀ ਪੰਜਾਬ ਦਾ ਚਿਹਰਾ ਹੋ ਸਕਦੇ ਨੇ? ਦੇਖੋ ਮੱਕੜ ਸਾਹਿਬ ਇਸ ਤਰ੍ਹਾਂ ਹੈ ਕਿ ਨੰਬਰ 1 ਤੇ ਤੁਸੀਂ ਸਵਾਲ ਗਲਤ ਬੰਦੇ ਤੋਂ ਕਰ ਰਹੇ ਹੋ। ਉਹ ਇਸ ਕਰਕੇ ਕਿਉਂਕਿ ਆਈ ਐਮ ਨਾਟ ਪਾਰਟੀ, ਆਈ ਐਮ ਪਾਰਟ ਆਫ ਪਾਰਟੀ। ਮੈਂ ਪਾਰਟੀ ਦੇ ਇੱਕ ਇੰਨਾ ਜਿਹਾ ਨਿਮਾਣਾ ਜਿਹਾ ਛੋਟਾ ਜਿਹਾ ਵਰਕਰ ਆ ਤੇ ਇਸ ਡਿਸੀਜਨ ਦੇ ਵਿੱਚ ਕਿ ਕੌਣ ਪਾਰਟੀ ਦਾ ਚਿਹਰਾ ਹੋਊਗਾ, ਕੌਣ ਪਾਰਟੀ ਦਾ ਚਿਹਰਾ ਨਹੀਂ ਹੋਊਗਾ, ਇਹਦੇ ਵਿੱਚ ਮੇਰੀ ਸੋਚ ਦੀ ਜਾਂ ਮੇਰੇ ਜਵਾਬ ਦੀ ਕੋਈ ਰੈਲੇਵੈਂਸ ਨਹੀਂ ਹੈ। ਇਹ ਜਿਹੜਾ ਫੈਸਲਾ ਕਰਨਾ ਹੈ, ਤੁਹਾਡੀ ਆਵਾਜ਼ ਮੈਟਰ ਤਾਂ ਕਰੂਗੀ। ਸੁਣੋ ਉਹ ਡਿਸੀਜਨ ਜਿਹੜਾ ਹੋਣਾ ਹੈ ਉਹ ਅਰਵਿੰਦ ਕੇਜਰੀਵਾਲ ਜੀ ਦੇ ਲੈਵਲ ਤੇ ਹੋਣਾ ਹੈ, ਉਹ ਪੋਲੀਟੀਕਲ ਅਫੇਅਰਸ ਕਮੇਟੀ ਨੇ ਕਰਨਾ ਹੈ, ਪੰਜਾਬ ਦੀ ਲੀਡਰਸ਼ਿਪ ਦੇ ਨਾਲ ਕੰਸਲਟੇਸ਼ਨ ਦੇ ਨਾਲ ਕਰਨਾ ਹੈ। ਨੰਬਰ 1। ਨੰਬਰ 2 ਹੈ ਜੇ ਬੜਾ ਪ੍ਰੀ ਮੈਚੁਰ 1.5 ਸਾਲ ਪਿਆ ਹੈ, ਪਰ ਅੱਜ ਦੀ ਘੜੀ ਜੇ ਆਪਾਂ ਗੱਲ ਕਰਦੇ ਹਾਂ ਕੱਲ ਨੂੰ ਕੀ ਹੋਣਾ ਹੈ ਇਹ ਤਾਂ ਪ੍ਰਮਾਤਮਾ ਨੂੰ ਪਤਾ ਜਾਂ ਸਾਡੇ ਲੀਡਰ ਅਰਵਿੰਦ ਕੇਜਰੀਵਾਲ ਜੀ ਨੂੰ ਪਤਾ ਹੈ। ਪਰ ਅੱਜ ਦੀ ਘੜੀ ਜੇ ਪੰਜਾਬ ਦਾ ਕੋਈ ਚਿਹਰਾ, ਪੰਜਾਬ ਦਾ ਕੋਈ ਫੇਸ ਹੈ ਤੇ ਡੈਫੀਨਿਟਲੀ ਉਹ ਭਗਵੰਤ ਮਾਨ ਜੀ ਨੇ, ਸਾਡੇ ਪ੍ਰਧਾਨ ਵੀ ਨੇ, ਸਾਡੇ ਸਭ ਤੋਂ ਪਪੂਲਰ ਲੀਡਰ ਵੀ ਨੇ ਤੇ ਸਾਡੇ ਮੈਂਬਰ ਪਾਰਲੀਮੈਂਟ ਵੀ ਨੇ। ਸੋ ਆਪਾਂ ਅੱਜ ਦੀ ਗੱਲ ਕਰੀਏ, ਕੱਲ ਨੂੰ ਕੀ ਹੋਣਾ ਹੈ ਇਹਦੇ ਬਾਰੇ ਮੈਂ ਅਮਨ ਅਰੋੜਾ ਆਪਣੇ ਆਪ ਨੂੰ ਪੋਟੈਂਸ਼ੀਅਲ ਲੀਡਰ ਨਹੀਂ ਮੰਨਦੇ ਲੀਡ ਕਰਨ ਵਾਸਤੇ? ਮੈਂ ਜੀ ਦੇਖੋ, ਤੁਸੀਂ ਲੀਡਰ ਕਿਹਨੂੰ ਕਹਿੰਦੇ ਹੋ? ਜਿਹੜਾ ਅਸੀਂ ਤਾਂ ਜਿਹੜਾ ਇੱਕ ਸਾਡੇ ਬੂਥ ਦੇ ਉੱਪਰ ਸੁਣੋ ਤੁਸੀਂ, ਜਿਹੜਾ ਇੱਕ ਵਰਕਰ ਬੂਥ ਦੇ ਉੱਪਰ ਕੰਮ ਕਰ ਰਿਹਾ ਹੈ, ਮੇਰੇ ਹਿਸਾਬ ਨਾਲ ਉਹ ਸਭ ਤੋਂ ਵੱਡਾ ਲੀਡਰ ਹੈ। ਤੇ ਉਸ ਹਿਸਾਬ ਨਾਲ ਅਮਨ ਅਰੋੜਾ ਦੇ ਸਮਝਣ ਨਾਲ ਕੁਝ ਨਹੀਂ ਹੋਣਾ ਹੈਗਾ। ਅਮਨ ਅਰੋੜਾ ਤਾਂ ਪਾਰਟੀ ਦਾ ਵਫਾਦਾਰ ਸਿਪਾਹੀ ਹੈ। ਪਾਰਟੀ ਕੱਲ ਨੂੰ ਕਹੂਗੀ ਤੂੰ ਪੋਸਟਰ ਲਾਉਣੇ ਨੇ ਜਾਂ ਦਰੀਆਂ ਵਿਛਾਉਣੀਆਂ ਨੇ, ਉਹ ਵੀ ਕਰੂਗਾ। ਹਾਂ ਡੈਫੀਨੇਟਲੀ ਯੈਸ, ਮੈਨੂੰ ਮੇਰੀ ਪਾਰਟੀ ਨੇ ਮਾਣ ਬਖਸ਼ਿਆ, ਮੈਨੂੰ ਸੁਨਾਮ ਤੋਂ ਨੁਮਾਇੰਦਾ ਬਣਨ ਦਾ ਮੌਕਾ ਦਿੱਤਾ ਤੇ ਸੁਨਾਮ ਦੇ ਲੋਕਾਂ ਨੇ ਬਹੁਤ ਵੱਡੇ ਮੈਂਡੇਟ ਦੇ ਨਾਲ ਮੈਨੂੰ ਆਪਦਾ ਲੀਡਰ, ਮੈਨੂੰ ਆਪਦਾ ਸੇਵਾਦਾਰ, ਮੈਨੂੰ ਆਪਦਾ ਚੌਕੀਦਾਰ, ਮੈਨੂੰ ਆਪਦਾ ਬੱਚਾ ਸਮਝ ਕੇ ਪਾਰਟੀ ਵਿਧਾਨ ਸਭਾ ਦੇ ਵਿੱਚ ਭੇਜ ਦਿੱਤਾ। ਮੇਰੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ।
ਇਸ ਤੋਂ ਬਾਅਦ ਦੀ ਵਿਲ ਨਹੀਂ ਹੈ ਕੋਈ ਤੁਹਾਡੀ? ਦੇਖੋ ਇਸ ਤਰ੍ਹਾਂ ਹੁੰਦਾ ਮੈਂ ਬਹੁਤੀਆਂ ਵਿਲਾਂ ਦੇ ਵਿੱਚ, ਬਹੁਤੀਆਂ ਹਵਾਈ ਇੱਛਾਵਾਂ ਦੇ ਵਿੱਚ, ਬਹੁਤੇ ਸਬਜ਼ ਬਾਗਾਂ ਦੇ ਵਿੱਚ ਮੈਂ ਕਦੇ ਪਿਆ ਨਹੀਂ ਹੈਗਾ। ਉਹ ਇਸ ਕਰਕੇ ਨਹੀਂ ਪਿਆ ਹੈਗਾ ਮੱਕੜ ਸਾਹਿਬ, ਕਿਉਂਕਿ ਜੇ ਤਾਂ ਇਹ ਉਹ ਲੋਕ ਪੈਂਦੇ ਹੁੰਦੇ ਨੇ ਜਿਨ੍ਹਾਂ ਨੂੰ ਸਾਰਾ ਕੁਝ ਥਾਲੀ ਦੇ ਵਿੱਚ ਬੜਾ ਪਰੋਸਿਆ, ਬੜੇ ਆਰਾਮ ਨਾਲ ਸਾਰਾ ਕੁਝ ਮਿਲ ਜੇ। ਮੇਰੇ ਫਾਦਰ ਦੀ ਡੈਥ ਤੋਂ ਬਾਅਦ 2000 ਤੋਂ ਬਾਅਦ ਮੈਨੂੰ 17 ਸਾਲ ਲੱਗ ਗਏ ਇੱਥੇ ਤੱਕ ਪਹੁੰਚਣ ਦੇ ਵਿੱਚ। ਮੈਂ ਗਰਾਊਂਡ ਨਾਲ ਜੁੜਿਆ ਹੋਇਆ ਬੰਦਾ। ਮੈਂ ਜੇ ਅੱਜ ਐਮਐਲਏ ਬਣਿਆ ਤੇ ਉਹਦੇ ਲਈ ਪਹਿਲਾਂ ਜਿਹੜੀਆਂ ਇਲੈਕਸ਼ਨਾਂ ਲੜੀਆਂ ਨੇ, ਕਿੱਡੇ ਕਿੱਡੇ ਘੋਲ ਲੜੇ ਨੇ, ਚਾਹੇ ਉਹ ਸਿਆਸੀ ਤੌਰ ਤੇ ਹੋਏ, ਚਾਹੇ ਸਮਾਜਿਕ ਤੌਰ ਤੇ ਹੋਏ, ਚਾਹੇ ਪਰਿਵਾਰਕ ਤੌਰ ਦੇ ਉੱਪਰ ਹੋਏ, ਮੈਂ ਉਹਦੇ ਵਿੱਚੋਂ ਸਾਰੇ ਵਿੱਚੋਂ ਗੁੜ ਕੇ ਨਿਕਲਿਆ ਹੋਇਆ। ਸੋ ਇਸ ਕਰਕੇ ਮੈਂ ਉਹ ਸਬਜ਼ ਬਾਗ ਜਾਂ ਮੰਗੇਰੀ ਲਾਲ ਕੇ ਹਸੀਨ ਆਪਣੇ ਨਾ ਕਦੇ ਦੇਖੇ ਨੇ ਤੇ ਨਾ ਦੇਖਣੇ ਨੇ। ਹਾਂ, ਇੰਨਾ ਜ਼ਰੂਰ ਹੈ ਕਿ ਜੋ ਲੋਕਾਂ ਨੇ ਤੇ ਪ੍ਰਮਾਤਮਾ ਨੇ ਡਿਊਟੀ ਲਾਤੀ, ਉਹ ਕਰਮ ਹੈ ਜਿਹੜਾ, ਕਰਮ ਕਰਨ ਦੇ ਵਿੱਚ ਮੈਂ ਕਦੇ ਕਤਾਹੀ ਨਹੀਂ ਕਰਦਾ ਹੈਗਾ। ਉਹਦੇ ਚ ਮੈਂ ਕਸਰ ਕੋਈ ਨਹੀਂ ਛੱਡਦਾ ਹੈਗਾ। ਜੋ ਪਾਰਟੀ ਡਿਊਟੀ ਲਾ ਜਾਂਦੀ ਹੈ, ਜੋ ਲੋਕ ਡਿਊਟੀ ਲਾ ਜਾਂਦੇ ਨੇ, ਉਹ ਮੈਂ ਸਿਰੇ ਲਾ ਕੇ ਹਟਦਾ। ਬਾਕੀ ਜੋ ਮਿਲਣਾ ਹੈ ਜਾਂ ਨਹੀਂ ਮਿਲਣਾ ਹੈਗਾ, ਉਹ ਇੱਥੇ ਜੋ ਲਿਖਿਆ ਹੈ, ਜਦੋਂ ਲਿਖਿਆ ਹੈ ਉਵੇਂ ਮਿਲਣਾ ਹੁੰਦਾ। ਕੁਐਸਚਨ ਕਰਦੇ ਹੋ ਕਦੇ ਇੰਟਰਨਲੀ? ਜਿਵੇਂ ਸੁਖਪਾਲ ਖਹਿਰਾ ਕਹਿੰਦੇ ਸੀ ਕਿ ਸਾਡੀ ਤਾਂ ਗੱਲ ਹੀ ਨਹੀਂ ਸੁਣੀ ਜਾਂਦੀ ਉੱਥੇ। ਕਿੱਥੇ? ਦਿੱਲੀ ਦੇ ਵਿੱਚ? ਨਹੀਂ, ਦੇਖੋ ਇਸ ਤਰ੍ਹਾਂ ਹੈ ਕਿ ਕੋਈ ਵੀ ਪਰਿਵਾਰ, ਕੋਈ ਵੀ ਪਾਰਟੀ, ਕੋਈ ਵੀ ਆਰਗੇਨਾਈਜੇਸ਼ਨ, ਕੋਈ ਵੀ ਸਰਕਾਰ, ਉਹ ਪਿਕਚਰ ਪਰਫੈਕਟ ਨਹੀਂ ਹੋ ਸਕਦੀ ਹੈਗੀ। ਡੈਫੀਨੇਟਲੀ ਜਦੋਂ ਮੈਨੂੰ ਜਿੱਥੇ ਕਿਤੇ ਮਹਿਸੂਸ ਹੁੰਦਾ ਹੈ ਵੀ ਹਾਂ ਇਹ ਗੱਲ ਚੱਕਣ ਦੇ ਨਾਲ, ਇਹ ਗੱਲ ਕਰਨ ਦੇ ਨਾਲ, ਮੈਂ ਜੇ ਆਪਦੀ ਲੀਡਰਸ਼ਿਪ ਦੇ ਨਾਲ ਇਹ ਗੱਲ ਕਰੂੰਗਾ ਤਾਂ ਮੇਰੀ ਪਾਰਟੀ ਨੂੰ ਇਹਦੇ ਨਾਲ ਸਟਰੈਂਥ ਮਿਲੂਗੀ, ਤੇ ਡੈਫੀਨੇਟਲੀ ਚੱਕਦੇ ਆ, ਠੋਕ ਕੇ ਚੱਕਦੇ ਆ, ਕੋਈ ਪਰਵਾਹ ਨਹੀਂ ਹੈਗੀ। ਕਿਉਂਕਿ ਜੇ ਉਹ ਗੱਲ ਮੈਂ ਨਹੀਂ ਚੱਕੂੰਗਾ, ਮੇਰੀ ਲੀਡਰਸ਼ਿਪ ਨਾਲ ਮੈਂ ਨਹੀਂ ਕਰੂੰਗਾ, ਤੇ ਕਿਸੇ ਅਕਾਲੀ, ਕਾਂਗਰਸੀ ਨੇ ਜਾਂ ਵਿਰੋਧੀ ਨੇ ਆ ਕੇ ਗੱਲ ਥੋੜ੍ਹਾ ਕਰਨੀ ਹੈ। ਸੋ ਗੱਲ ਇਹ ਹੈ ਕਿ ਗੱਲ ਹੈ ਜਿਹੜੀ ਹਮੇਸ਼ਾ ਉਹ ਕਰਨੀ ਚਾਹੀਦੀ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੰਨੀ ਕੁ ਡੈਮੋਕ੍ਰੇਸੀ ਅੱਜ ਦੀ ਘੜੀ ਸਾਡੀ ਪਾਰਟੀ ਦੇ ਵਿੱਚ ਹੈ ਕਿ ਜੋ ਵੀ ਗੱਲ ਕਰਦੇ ਆ ਉਹ ਸੁਣੀ ਵੀ ਜਾਂਦੀ ਹੈ ਤੇ ਉਹਦੇ ਉੱਪਰ ਡਿਸੀਜਨ ਤਾਂ ਕਲੈਕਟਿਵ ਹੁੰਦਾ। ਸੋ ਇਸ ਕਰਕੇ ਉਹ ਗੱਲਾਂ ਕਰਨੀਆਂ ਚਾਹੀਦੀਆਂ ਨੇ। ਮੈਂ ਕਹਿੰਦਾ ਬਲਕਿ ਜਿਹੜੇ ਮੇਰੇ ਸਾਥੀ ਨਹੀਂ ਕਰਦੇ ਹੈਗੇ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਜਿੱਥੇ ਆਮ ਆਦਮੀ ਪਾਰਟੀ ਦੀ ਚੜ੍ਹਾਈ ਦੀ ਗੱਲ ਹੈ, ਜਿੱਥੇ ਅਰਵਿੰਦ ਕੇਜਰੀਵਾਲ ਦਾ ਝੰਡਾ ਬੁਲੰਦ ਰੱਖਣ ਦੀ ਗੱਲ ਹੈ, ਜਿੱਥੇ ਪੰਜਾਬ ਦੇ ਲੋਕਾਂ ਦੀ, ਸਾਡੇ ਪਾਰਟੀ ਦੇ ਵਰਕਰਾਂ, ਵਲੰਟੀਅਰਾਂ ਦੀਆਂ ਭਾਵਨਾਵਾਂ ਉੱਪਰ ਤੱਕ ਪਹੁੰਚਾਉਣ ਦੀ ਗੱਲ ਹੈ, ਉੱਥੇ ਜ਼ਰੂਰ ਸਾਨੂੰ ਵਿਦਿਨ ਡਿਸਪਲਿਨ ਪਾਰਟੀ ਦੇ ਅੰਦਰ ਬੈਠ ਕੇ, ਉਹ ਸਾਡਾ ਪਰਿਵਾਰ ਹੈ, ਤੇ ਕਰਨੀ ਚਾਹੀਦੀ ਹੈ। ਤੁਹਾਨੂੰ ਨਹੀਂ ਲੱਗਦਾ ਪਾਰਟੀ ਇੰਟੈਕਟ ਨਹੀਂ ਰਹਿ ਸਕੀ? ਬਹੁਤ ਸਾਰੇ ਬੰਦੇ ਪਾਰਟੀ ਛੱਡ ਗਏ, ਕੋਈ ਕਾਂਗਰਸ ਜੁਆਇਨ ਕਰ ਗਿਆ। ਵਿਧਾਇਕ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਣ ਤਾਂ ਪਾਰਟੀ ਦਾ ਮਨੋਬਲ ਵੀ ਡਿੱਗਦਾ ਹੈ, ਕਾਡਰ ਦਾ ਬੜਾ ਮਨੋਬਲ ਡਿੱਗਦਾ ਹੈ। ਦੇਖੋ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ। ਜਿਵੇਂ ਪਿਛਲੇ ਆਪਾਂ 3.5 ਸਾਲ ਪਿੱਛੇ ਜਾਈਏ, ਕਾਂਗਰਸ ਦੇ 4 ਐਮਐਲਏ ਸੀ ਜਿਹੜੇ, ਉਹ 2012 ਤੋਂ 17 ਤੱਕ ਜੀਤਵਿੰਦਰ ਸਿੱਧੂ, ਅਰਵਿੰਦ ਕੇਜਰੀਵਾਲ, ਸਿੱਕੀ ਖਡੂਰ ਸਾਹਿਬ ਤੋਂ, ਔਰ ਜੋਗਿੰਦਰਪਾਲ ਜੈਨ, ਇਹ ਵੀ ਛੱਡ ਕੇ ਜਾਂ ਪੋਲਿਟਿਕਸ ਛੱਡ ਗਏ ਸੀਗੇ ਤੇ ਜਾਂ ਇਹਨਾਂ ਦੀ ਜਗ੍ਹਾ ਅਕਾਲੀ ਦਲ ਦੇ ਵਿੱਚ ਜਾ ਕੇ ਇਹਨਾਂ ਨੇ ਅਕਾਲੀ ਦਲ ਦੇ ਐਮਐਲਏ ਇਹ ਲੋਕ ਬਣ ਗਏ ਸੀਗੇ। ਮੈਂ ਤੁਹਾਡੀ ਗੱਲ ਦੇ ਨਾਲ 100% ਸਹਿਮਤ ਹਾਂ ਵੀ ਪਬਲਿਕ ਸੈਂਟੀਮੈਂਟ ਹੈ ਜਿਹੜਾ ਉਹ ਪਾਰਟੀ ਦੇ ਅਗੇਂਸਟ ਜਾਂਦਾ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਣ। ਪਰ ਜਿੱਥੇ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਜਿੰਨੇ ਕੁ ਵੀ ਤੁਸੀਂ, ਜਦੋਂ ਦੇ ਅਸੀਂ 20 ਜਿੱਤੇ ਆ, ਜਿੰਨੇ ਕੁ ਵੀ ਲੋਕ ਨੋ ਡਾਊਟ ਇਕੱਠੇ ਰਹਿੰਦੇ, ਇੰਟੈਕਟ ਰਹਿੰਦੇ, ਤਾਂ ਉਹਦੇ ਵਰਗੀ ਰੀਸ ਕੋਈ ਨਹੀਂ ਸੀਗੀ। ਪਰ ਕੁਝ ਕੁ ਤਾਂ ਬੰਦੇ ਸਾਡੇ ਜਿਹੜੇ ਛੱਡ ਕੇ ਗਏ ਨੇ ਉਹ ਇਸ ਤਰੀਕੇ ਦੇ ਨੇ ਜਿਹੜੇ ਕਿ ਨਾਨ ਪੋਲੀਟੀਕਲ ਅਪਰੋਚ ਹੋਣ ਕਰਕੇ ਉਹਨਾਂ ਨੂੰ ਲੱਗਿਆ ਕਿ ਸਰਕਾਰ ਤੋਂ ਪਤਾ ਨਹੀਂ ਕੀ ਮਿਲ ਜਾਣਾ ਜਾਂ ਕੀ ਕਰਾ ਲੈਣਾ ਉਹਨਾਂ ਨੇ, ਉਸ ਸ਼ਾਇਦ ਉਹਨਾਂ ਦੇ ਝਾਂਸੇ ਦੇ ਵਿੱਚ ਆ ਗਏ, ਉਹਨਾਂ 'ਚ ਕੁਝ ਵਾਪਸ ਵੀ ਮੁੜੇ। ਕੁਝ ਕੁ ਬੰਦੇ ਇਹੋ ਜਿਹੇ ਸੀਗੇ ਜਿਹੜੇ ਕਿ ਬਹੁਤ ਜ਼ਿਆਦਾ ਸੈਲਫ ਸੈਂਟਰਿਕ ਸੀਗੇ, ਜਿਨ੍ਹਾਂ ਨੇ ਪੰਜਾਬ ਨੂੰ ਜਾਂ ਪਾਰਟੀ ਨੂੰ ਤਰਜੀਹ ਦੇਣ ਦੀ ਬਜਾਏ ਸਿਰਫ ਔਰ ਸਿਰਫ ਆਪਦੇ ਆਪ ਨੂੰ ਤਰਜੀਹ ਦਿੱਤੀ ਕਿ ਮੈਨੂੰ ਸਾਰਾ ਕੁਝ ਮਿਲ ਜੇ। ਤੇ ਜੇ ਉਹਨਾਂ ਦਾ ਛੱਡ ਕੇ ਜਾਣਾ ਸੁਭਾਵਿਕ ਹੀ ਹੈ, ਤੇ ਉਹਨਾਂ ਛੱਡ ਕੇ ਜਾਣ ਨਾਲ ਮੈਂ ਸਮਝਦਾ ਕੋਈ ਲੰਬਾ ਚੌੜਾ ਨੁਕਸਾਨ ਵੀ ਨਹੀਂ ਹੁੰਦਾ ਹੈਗਾ। ਪਰ ਹਾਂ, ਡੈਫੀਨੇਟਲੀ ਯੈਸ, ਮੇਰੀ ਇੱਕ ਬੜੀ ਸਟਰੋਂਗ ਗਟ ਫੀਲਿੰਗ ਹੈ ਕਿ ਜਦੋਂ ਤੁਹਾਡੀ ਜਿਹੜੀ ਵਿਜ਼ਨ ਹੈ, ਤੁਹਾਡੀ ਜਿਹੜੀ ਸੋਚ ਹੈ, ਉਹ ਬੜੀ ਕਲੀਅਰ ਹੋਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਮੇਰੀ ਸਟੇਟ, ਮੇਰਾ ਪੰਜਾਬ, ਉਸ ਤੋਂ ਮਗਰੋਂ ਮੇਰੀ ਪਾਰਟੀ। ਜੇ ਸਟੇਟ ਬਚੂਗੀ ਤਾਂ ਪਾਰਟੀ ਬਚੂਗੀ, ਜੇ ਪਾਰਟੀ ਬਚੂਗੀ ਤਾਂ ਇੰਡੀਵਿਜੂਅਲਸ ਨੇ ਜਿਹੜੇ ਉਹ ਵੀ ਬਚ ਜਾਣਗੇ। ਸੋ ਇਸ ਕਰਕੇ ਜੇ ਥਾਟ ਪ੍ਰੋਸੈਸ ਇਹ ਹੋਵੇ ਨਾ ਜੀ, ਫਿਰ ਤੁਸੀਂ, ਤੁਹਾਨੂੰ ਲੱਗਦਾ ਕਿ ਕਿਸੇ ਇੰਡੀਵਿਜੂਅਲ ਦੇ ਅਰਾਊਂਡ ਘੁੰਮਣੀ ਚਾਹੀਦੀ ਹੈ? ਚਾਹੇ ਕੇਂਦਰ 'ਚ ਤੁਹਾਡੇ ਕੋਲ ਅਰਵਿੰਦ ਕੇਜਰੀਵਾਲ, ਕੇਂਦਰ ਹੀ ਕਹੂੰਗਾ ਮੈਂ ਕਿਉਂਕਿ ਜਿਹੜੀ ਨੈਸ਼ਨਲ ਪਾਰਟੀ ਹੋਗੀ ਉੱਥੇ ਕੇਜਰੀਵਾਲ ਬੈਠੇ ਨੇ, ਇੱਥੇ ਭਗਵੰਤ ਮਾਨ ਨੂੰ ਤੁਸੀਂ ਉਹਨਾਂ ਦੀ ਪ੍ਰੋੜਤਾ ਕਰ ਰਹੇ ਹੋ ਕਿ ਉਹ ਸਾਡੇ ਲੀਡਰ ਹੀ ਨੇ, ਤਾਂ ਇੰਡੀਵਿਜੂਅਲਿਜ਼ਮ ਦੇ ਵੱਲ ਪਾਰਟੀ ਆ ਰਹੀ, ਤੁਹਾਨੂੰ ਨਹੀਂ ਲੱਗਦਾ? ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੀ ਪੰਜਾਬ ਦੀ ਪੋਲਿਟਿਕਸ ਹੈ ਨਾ, ਪੂਰੇ ਮੁਲਕ ਦੀ ਹੁਣ ਤਾਂ ਬਣ ਚੁੱਕੀ, ਖੈਰ, ਪਰ ਪੰਜਾਬ ਦੀ ਖਾਸ ਤੌਰ ਤੇ ਜਿਹੜੀ
ਪੋਲਿਟਿਕਸ ਹੈ ਉਹ ਬੜੀ ਪਰਸਨੈਲਿਟੀ ਡਰਿਵਨ ਹੈ। ਜੇ ਆਪਾਂ ਮੁਲਕ ਦੀ ਗੱਲ ਕਰ ਲਈਏ 2014 ਦੇ ਵਿੱਚ 19 ਦੇ ਵਿੱਚ ਬੀਜੇਪੀ ਨੂੰ ਵੋਟ ਨਹੀਂ ਪਈ ਹੈਗੀ, ਨਰਿੰਦਰ ਮੋਦੀ ਜੀ ਨੂੰ ਵੋਟ ਪਈ ਹੈ। 2017 ਦੇ ਵਿੱਚ ਕਾਂਗਰਸ ਪਾਰਟੀ ਨੂੰ ਵੋਟ ਨਹੀਂ ਪਈ ਹੈਗੀ, ਕੈਪਟਨ ਅਮਰਿੰਦਰ ਸਿੰਘ ਜੀ ਨੂੰ ਪਈ ਹੈ। 2015 ਦੇ ਵਿੱਚ ਔਰ 2020 ਦੇ ਵਿੱਚ ਦਿੱਲੀ ਦੇ ਆਮ ਆਦਮੀ ਪਾਰਟੀ ਨੂੰ ਵੋਟ ਘੱਟ ਪਈ ਹੈ, ਅਰਵਿੰਦ ਕੇਜਰੀਵਾਲ ਜੀ ਦੇ ਨਾਮ ਨੂੰ ਤੇ ਕੰਮਾਂ ਨੂੰ ਵੋਟ ਵੱਧ ਪਈ ਹੈ। ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਆਪਦੀਆਂ ਪਾਰਟੀਆਂ ਦੇ ਜੇ ਕੋਈ ਚਿਹਰੇ ਹੈਗੇ ਤੇ ਉਹ ਅਕਾਲੀ ਦਲ ਦੇ ਬਾਦਲ ਫੈਮਿਲੀ ਹੈ, ਇੱਧਰ ਕੈਪਟਨ ਸਾਹਿਬ ਦੀ ਫੈਮਿਲੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਜੀ ਨੇ। ਸੋ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਜੀ ਬਹੁਤ ਇੰਡੀਵਿਜੂਅਲਿਸਟਿਕ ਪਾਰਟੀ ਬਣ ਗਈ ਕਿ ਜਿੱਥੇ ਸਿਰਫ ਦੋ ਜਣਿਆਂ ਨੇ ਅੰਦਰ ਬੈਠ ਕੇ ਫੈਸਲਾ ਕਰ ਲਿਆ ਤੇ ਉਹੀ ਪਾਰਟੀ ਦੇ ਲਈ ਉਹੀ ਕਾਨੂੰਨ ਬਣ ਗਿਆ। ਪਰ ਇਹ ਚੀਜ਼ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਹੈ। ਹਾਂ ਡੈਫੀਨਿਟਲੀ ਯੈਸ, ਤੁਹਾਡਾ ਇੰਜਣ ਕੋਈ ਨਾ ਕੋਈ ਤਾਂ ਹੁੰਦਾ ਹੀ ਹੈ। ਜੇ ਸਾਰੇ ਡੱਬੇ ਬਣ ਜਾਣ ਫਿਰ ਤਾਂ ਉੱਥੇ ਖੜੇ ਰਹਿ ਜਾਣ, ਫਿਰ ਤਾਂ ਜਾਣ ਹੀ ਨਾ ਕਿਸੇ ਪਾਸੇ। ਪੰਜਾਬ ਦੇ ਇਸ਼ੂਸ ਤੇ ਪਾਰਟੀ ਥੋੜੀ ਸ਼ਸ਼ੋ ਪੰਚ ਨਹੀਂ ਰਹੂ, ਜਿਵੇਂ SYL ਦੇ ਮੁੱਦੇ ਤੇ ਘਿਰੀ ਕਿ ਅਰਵਿੰਦ ਕੇਜਰੀਵਾਲ ਇਹਦੇ ਹੱਕ 'ਚ ਬਿਆਨ ਦਿੰਦੇ ਆ ਜਾਂ ਖਿਲਾਫ ਦਿੰਦੇ ਆ? ਤੁਹਾਨੂੰ ਲੱਗਦਾ ਕਿਉਂਕਿ ਜਦੋਂ ਵੀ ਚੋਣਾਂ ਆਉਂਦੀਆਂ ਤਾਂ ਇਹ ਮੁੱਦਾ ਜ਼ਰੂਰ ਉੱਠ ਕੇ ਸਾਹਮਣੇ ਆਉਂਦਾ? ਇਹ ਜਿਹੜੇ ਸਾਨੂੰ ਘੇਰਨ ਦੀਆਂ ਗੱਲਾਂ ਕਰਦੇ ਨੇ, ਇਹ ਕੰਡੇ ਤਾਂ ਸਾਰੇ ਉਹਨਾਂ ਦੇ ਬੀਜੇ ਹੋਏ ਨੇ। ਇਹ ਕੰਡੇ ਬੀਜੇ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਦੇ ਤੇ ਕਾਂਗਰਸ ਪਾਰਟੀ ਨੇ, ਜਿਨ੍ਹਾਂ ਨੇ ਉੱਥੇ ਕਪੂਰੀ ਦੇ ਉੱਪਰ ਟੱਕ ਇੰਦਰਾ ਗਾਂਧੀ ਜੀ ਤੋਂ ਲਵਾਇਆ ਸੀਗਾ। ਜੇ ਇਹ ਐਗਰੀਮੈਂਟ ਪਾਣੀਆਂ ਦੇ ਉਦੋਂ ਹੋਏ ਤੇ ਉਹਦੇ ਸਾਈਨ ਕਿਹਦੇ ਸੀਗੇ? ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੇ, 3 ਪੰਜਾਬ, ਹਰਿਆਣਾ ਔਰ ਰਾਜਸਥਾਨ ਦੇ ਚੀਫ ਮਿਨਿਸਟਰਾਂ ਦੇ, ਤਿੰਨੇ ਦੇ ਤਿੰਨੇ ਕਾਂਗਰਸ ਦੇ ਸੀਗੇ। ਉਸ ਤੋਂ ਬਾਅਦ ਜੇ ਲੈਂਡ ਦਿੱਤੀ ਇਹ ਜਿਹਦੇ ਇਵਜ਼ ਦੇ ਵਿੱਚ ਇਹਨਾਂ ਨੇ ਉੱਥੇ ਹਰਿਆਣਾ ਦੇ ਵਿੱਚ ਜਗ੍ਹਾ ਲਈ ਹੈ। ਸੋ ਇਸ ਕਰਕੇ ਕੰਡੇ ਤਾਂ ਇਹਨਾਂ ਦੇ ਬੀਜੇ ਹੋਏ ਨੇ ਔਰ ਫਿਰ ਇਹਨਾਂ ਦੀ ਸਿੰਸੈਰਿਟੀ ਸਾਨੂੰ ਸਵਾਲ ਕਰਨਾ ਤਾਂ ਬਹੁਤ ਸੌਖਾ ਹੈ, ਪਰ ਆਪਦੀ ਗਿਰੇਬਾਨ ਦੇ ਵਿੱਚ ਝਾਕ ਮਾਰਨ ਜੇ ਕਾਂਗਰਸ ਸਿੰਸੀਅਰ ਹੁੰਦੀ ਤੇ 2004 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਦੀ, ਹਰਿਆਣਾ 'ਚ ਸਰਕਾਰ ਕਾਂਗਰਸ ਦੀ, ਦਿੱਲੀ ਦੇ ਵਿੱਚ ਸਰਕਾਰ ਕਾਂਗਰਸ ਦੀ, ਰਾਜਸਥਾਨ ਦੇ ਵਿੱਚ ਸਰਕਾਰ ਕਾਂਗਰਸ ਦੀ, ਕੇਂਦਰ ਦੇ ਵਿੱਚ ਸਰਕਾਰ ਹੈ ਜਿਹੜੀ ਉਹ ਕਾਂਗਰਸ ਦੀ, ਬੈਠ ਕੇ ਹੱਲ ਨਹੀਂ ਸੀ ਕਰ ਸਕਦੇ ਸੀ, ਪਰ ਕੀਤਾ ਨਹੀਂ ਹੈਗਾ ਕਿਉਂਕਿ ਨੀਅਤ ਮਾੜੀ ਸੀਗੀ। ਅੱਜ ਤੋਂ 4 ਸਾਲ ਪਿੱਛੇ ਚਲੇ ਜਾਓ, ਜੇ ਅਕਾਲੀ ਦਲ ਦੀ ਨੀਅਤ ਹੁੰਦੀ ਤੇ ਪੰਜਾਬ ਦੇ ਵਿੱਚ ਕਾਂਗਰਸ ਕਿਹਦੀ? ਅਕਾਲੀ ਦਲ ਬੀਜੇਪੀ ਦੀ। ਹਰਿਆਣੇ ਦੇ ਵਿੱਚ ਕਿਹਦੀ? ਉਹ ਵੀ ਬੀਜੇਪੀ ਦੀ। ਕੇਂਦਰ ਦੇ ਵਿੱਚ ਕਿਹਦੀ? ਉਹ ਵੀ ਬੀਜੇਪੀ ਦੀ। ਤੇ ਰਾਜਸਥਾਨ ਦੇ ਵਿੱਚ ਕਿਹਦੀ? ਉਹ ਵੀ ਬੀਜੇਪੀ ਦੀ। ਇਹ ਵੀ ਕਰ ਸਕਦੇ ਸੀਗੇ ਪਰ ਇਹਨਾਂ ਨੇ ਵੀ ਨਹੀਂ ਕੀਤਾ ਹੈਗਾ। ਸੋ ਇਸ ਕਰਕੇ ਵਾਟ ਆਈ ਮੀਨ ਟੂ ਸੇ ਇਜ਼ ਕਿ ਸਿਰਫ ਔਰ ਸਿਰਫ ਜਿਹੜੀ ਗੱਲ ਮੈਂ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹਨਾਂ ਨੂੰ ਚੈਲੰਜ ਕਰਕੇ ਕਹਿੰਦਾ ਰਿਹਾ ਕਿ ਤੁਸੀਂ ਲੋਕਾਂ ਨੂੰ ਬੇਵਕੂਫ ਨਾ ਬਣਾਓ। ਮੇਰੇ ਨਾਲ ਸੁਖਬੀਰ ਬਾਦਲ ਜੀ ਦਾ, ਕੈਪਟਨ ਅਮਰਿੰਦਰ ਸਿੰਘ ਜੀ ਦਾ, ਇਹਨਾਂ ਦਾ ਆਪਦੇ ਚੈਨਲ ਦੇ ਉੱਪਰ ਡਿਬੇਟ ਕਰਾ ਦਿਓ ਤੇ ਜਦੋਂ ਪੋਤੜੇ ਫਰੋਲੇ ਜਾਣਗੇ ਉਦੋਂ ਪੰਜਾਬ ਦੇ ਲੋਕ ਅੰਦਾਜ਼ਾ ਲਾ ਲੈਣ ਵੀ ਕੌਣ ਸੱਚ ਬੋਲ ਰਿਹਾ ਕੌਣ ਝੂਠ ਬੋਲ ਰਿਹਾ। ਸਾਨੂੰ ਤਾਂ ਸਵਾਲ ਕਰ ਲਓ, ਬਟ ਵੇਅਰ ਡੂ ਵੀ ਸਟੈਂਡ? ਜਿਸ ਦਿਨ ਅਰਵਿੰਦ ਕੇਜਰੀਵਾਲ ਨਰਿੰਦਰ ਮੋਦੀ ਜੀ ਦੀ ਪੋਜੀਸ਼ਨ ਦੇ ਵਿੱਚ ਆ ਗਏ ਤੇ ਸਾਡੀਆਂ ਇਹਨਾਂ ਚਾਰੇ ਸਟੇਟਾਂ ਦੇ ਵਿੱਚ ਸਰਕਾਰਾਂ ਹੋਈਆਂ ਆਮ ਆਦਮੀ ਪਾਰਟੀ ਦੀਆਂ, ਅਸੀਂ ਦਿਨਾਂ ਦੇ ਵਿੱਚ ਮਸਲਾ ਹੱਲ ਕਰਕੇ ਦਿਖਾ ਦਾਂਗੇ SYL ਦਾ। 2017 ਚ ਚਿੱਟੇ ਦੇ ਮੁੱਦੇ ਤੇ, ਨਸ਼ੇ ਦੇ ਮੁੱਦੇ ਤੇ, ਪੰਥਕ ਇਸ਼ੂਜ਼ ਦੇ ਉੱਤੇ, ਡੇਰੇ ਨੂੰ ਲੈ ਕੇ, ਡੇਰਾਵਾਦ ਨੂੰ ਲੈ ਕੇ ਚੋਣ ਲੜਿਆ ਗਿਆ। ਦਿੱਲੀ ਚ ਬੀਜੇਪੀ ਨੇ ਹੁਣ ਇਸ ਮੁਸਲਿਮ ਹਿੰਦੂ ਦੇ ਇਸ਼ੂ ਤੇ ਬਹੁਤ ਕੋਸ਼ਿਸ਼ ਕੀਤੀ ਇਲੈਕਸ਼ਨ ਨੂੰ ਪੋਲਰਾਈਜ਼ ਕਰਨ ਦੀ, ਪਰ ਕਲੀਨ ਸਵੀਪ ਆਮ ਆਦਮੀ ਪਾਰਟੀ ਕਰਦੀ ਹੈ। ਪੰਜਾਬ 'ਚ ਇਸ ਵਾਰੀ ਕੀ ਲੱਗਦਾ ਤੁਹਾਨੂੰ? ਉਹ ਜਿਹੜਾ ਤੁਹਾਡਾ ਮੁਹੱਲਾ ਕਲੀਨਿਕਸ, ਚੰਗੇ ਸਕੂਲ, ਉਹ ਉੱਥੇ ਕਲੀਨ ਸਵੀਪ ਕੀਤਾ ਤਾਂ ਪੰਜਾਬ 'ਚ ਕੰਮ ਆਊਗਾ ਉਹੀ ਗਵਰਨੈਂਸ ਮਾਡਲ? ਦੇਖੋ ਇਸ ਤਰ੍ਹਾਂ ਮੱਕੜ ਸਾਹਿਬ ਕਿ ਮੈਂ ਕੋਈ ਜੋਤਸ਼ੀ ਤਾਂ ਹੈ ਨਹੀਂ, ਮੈਂ ਕਹਾ ਕਿ 2022 ਦੇ ਵਿੱਚ ਕਿ ਲੋਕ ਕਿਸ ਚੀਜ਼ ਨੂੰ ਐਕਸੈਪਟ ਕਰਨਗੇ ਤੇ ਕਿਸ ਚੀਜ਼ ਨੂੰ ਰਿਜੈਕਟ ਕਰਨਗੇ। ਮੇਰੀ ਦਿਲੀ ਇੱਛਾ ਇਹ ਹੈ ਕਿ ਜੇ ਤਾਂ ਲੋਕਾਂ ਨੇ ਅੱਜ ਵੀ ਮੰਦਿਰ, ਮਸਜਿਦ, ਗੁਰਦੁਆਰਾ, ਡੇਰਾ, ਹਿੰਦੂ, ਸਿੱਖ, ਜੇ ਤਾਂ ਇਹਨਾਂ ਗੱਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਦੁਆਰ ਤੋਂ ਫਸਣਾ ਹੈ ਫਿਰ ਤਾਂ ਹੈ ਇੱਛਾ ਉਹਨਾਂ ਦੀ। ਪਰ ਜੇ ਲੋਕਾਂ ਨੇ ਦੇਖਣੀ ਹੈ ਵੀ ਗਵਰਨੈਂਸ, ਦੇਖੋ ਲੋਕ ਸਰਕਾਰਾਂ ਚੁਣਦੇ ਹੁੰਦੇ ਨੇ ਕੰਮਾਂ ਲਈ, ਕੰਮ ਪਿਆਰਾ ਹੁੰਦਾ, ਚੰਮ ਨਹੀਂ ਪਿਆਰਾ ਹੁੰਦਾ ਹੈਗਾ। ਮੈਂ ਸਮਝਦਾ ਕਿ ਹੁਣ ਤੱਕ ਤਾਂ ਲੋਕ ਹਨੇਰੇ 'ਚ ਹੀ ਸੀਗੇ, ਅੱਜ ਤੋਂ 5-4 ਸਾਲ ਪਹਿਲਾਂ ਤੱਕ ਜਾਂ ਅੱਜ ਤੋਂ ਜੇ ਕਹੀਏ ਵੀ ਪਿਛਲੇ ਸਾਲ ਤੱਕ ਲੋਕ ਹਨੇਰੇ ਦੇ ਵਿੱਚ ਹੀ ਸੀਗੇ, ਕਿਉਂਕਿ ਲੋਕਾਂ ਦੇ ਮੈਂਡੇਟ ਹੈ ਜਿਹੜਾ ਉਹ ਬਹੁਤ ਕੁਝ ਸਾਬਤ ਕਰ ਦਿੰਦਾ ਹੁੰਦਾ ਹੈ। ਜਦੋਂ ਇੱਕ ਗਵਰਨੈਂਸ ਮਾਡਲ ਹੈ ਜਿਹੜਾ ਐਸਟੈਬਲਿਸ਼ਡ ਗਵਰਨੈਂਸ ਮਾਡਲ ਹੈ ਜਿਹੜਾ ਉਹ ਅਰਵਿੰਦ ਜੀ ਨੇ ਔਰ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਐਸਟੈਬਲਿਸ਼ ਕਰਕੇ ਦਿਖਾਤਾ ਤੇ ਉਹ ਪੰਜਾਬ ਦੇ ਵਿੱਚ ਵੀ ਕੀਤਾ ਜਾ ਸਕਦਾ ਹੈ। ਹੁਣ ਇਹ ਡਿਸੀਜਨ ਲੋਕਾਂ ਦਾ ਹੈ ਕਿ ਲੋਕਾਂ ਨੇ ਫਿਰ ਇਹਨਾਂ ਗੱਲਾਂ ਦੇ ਵਿੱਚ ਆਉਣਾ ਵੀ ਹਾਂਜੀ ਘਰ ਘਰ ਨੌਕਰੀ ਦੇ ਦਾਂਗੇ ਜੀ ਤੇ ਆਹ ਦੇ ਦਾਂਗੇ ਜੀ, ਉਹ ਦੇ ਦਾਂਗੇ ਜੀ। ਇਹ ਥੀਸ ਆਰ ਆਲ ਰਿਡੀਕੁਲਸ ਥਿੰਗਸ। ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਜ਼ਰੀਏ ਕਿ ਉੱਠੋ, ਜਾਗੋ। ਜਦੋਂ ਤੱਕ ਤੁਸੀਂ ਇਹਨਾਂ ਬੇਵਕੂਫ ਬਣਾਉਣ ਵਾਲੀਆਂ, ਭਰਮਾਉਣ ਵਾਲੀਆਂ ਗੱਲਾਂ ਦੇ ਵਿੱਚ ਆਉਣਾ ਨਹੀਂ ਹਟੋਗੇ, ਉਦੋਂ ਤੱਕ ਤਾਂ ਕਦੇ ਚੇਂਜ ਆਉਣੀ ਨਹੀਂ ਹੈਗੀ। ਸੋ ਇਸ ਕਰਕੇ ਔਰ ਇਸ ਕੰਮ ਦੇ ਵਿੱਚ ਆ ਤੁਸੀਂ ਦੇਖ ਲਓ, ਹੁਣ ਜੇ ਆਪਾਂ ਤੁਸੀਂ ਡੇਰੇ ਦੀ ਗੱਲ ਕੀਤੀ, ਔਰ ਮੈਂ ਇੱਕ ਗੱਲ ਮੰਨ ਕੇ ਚੱਲਦਾ ਮੱਕੜ ਸਾਹਿਬ ਕਿ ਜੇ ਸਰਕਾਰਾਂ ਆਪਦੇ ਕਰਮ ਹੈ ਜਿਹੜਾ ਆਪਦਾ ਰਾਜ ਧਰਮ ਹੈ,
ਰਾਜ ਧਰਮ ਕੀ ਹੈ ਕਿ ਤੁਸੀਂ ਲੋਕਾਂ ਨੂੰ ਕਿਵੇਂ ਮੈਕਸਿਮਮ ਤੁਸੀਂ ਉਹਨਾਂ ਨੂੰ ਸਹੂਲਤਾਂ ਦੇ ਸਕਦੇ ਹੋ, ਲੋਕਾਂ ਵਿੱਚ ਲਾਅ ਐਂਡ ਆਰਡਰ ਹੈ ਜਿਹੜਾ ਉਹ ਕਿਵੇਂ ਬਹਾਲ ਕਰ ਸਕਦੇ ਹੋ, ਤੁਸੀਂ ਕਿਵੇਂ ਖੁਸ਼ਹਾਲੀ ਹੈ ਜਿਹੜੀ ਸਟੇਟ ਲਈ ਉਹ ਲੈ ਕੇ ਆ ਸਕਦੇ ਹੋ, ਤੁਸੀਂ ਕਿਵੇਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੇ ਜਿਹੜੀਆਂ ਉਹ ਬੰਦ ਕਰ ਸਕਦੇ ਹੋ, ਤੁਸੀਂ ਰੋਜ਼ਗਾਰ ਪੈਦਾ ਕਰਕੇ ਕਿਵੇਂ ਨਸ਼ੇ ਖਤਮ ਕਰ ਸਕਦੇ ਹੋ। ਆਹ ਚੀਜ਼ਾਂ ਨੇ ਜਿਹੜੀਆਂ ਪੰਜਾਬ ਨੂੰ ਅੱਜ ਲੋੜ ਹੈ। ਤੇ ਜੇ ਸਰਕਾਰਾਂ ਆਪਦਾ ਰਾਜ ਧਰਮ ਸਹੀ ਇਮਾਨਦਾਰੀ ਦੇ ਨਾਲ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੇ ਉਹ ਰਾਜ ਧਰਮ ਨਿਭਾਉਣ ਲੱਗ ਜਾਣ ਤੇ ਨਾ ਗੁਰੂ ਘਰਾਂ ਦੀ ਰਾਜਨੀਤੀ ਕਰਨ ਦੀ ਲੋੜ ਹੈ, ਨਾ ਡੇਰਾਵਾਦ ਦੀ ਲੋੜ ਪੈਣੀ ਹੈ, ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਇਹ ਫੇਥ ਦੀਆਂ ਨੇ। ਕੋਈ ਕਿਸੇ ਮੰਦਿਰ ਨੂੰ ਮੰਨਦਾ, ਕੋਈ ਕਿਸੇ ਗੁਰੂ ਘਰ ਨੂੰ ਮੰਨਦਾ, ਕੋਈ ਕਿਸੇ ਮਸਜਿਦ ਨੂੰ ਮੰਨਦਾ, ਕੋਈ ਕਿਸੇ ਡੇਰੇ ਨੂੰ ਮੰਨਦਾ ਹੈ। ਇਹ ਅਗਲੇ ਦੀ ਆਪਦੀ ਸ਼ਰਧਾ ਹੋਣੀ ਚਾਹੀਦੀ ਹੈ। ਪਰ ਇਹਦੇ ਆਲੇ ਦੁਆਲੇ ਜੇ ਤੁਸੀਂ ਸਿਆਸਤ ਘੁਮਾਓਗੇ ਪੰਜਾਬ ਦੀ, ਉਹ ਬਹੁਤ ਡੇਂਜਰਸ ਹੈ, ਉਹ ਨਹੀਂ ਹੋਣੀ ਚਾਹੀਦੀ ਹੈਗੀ। ਸਿਆਸਤ ਹੋਣੀ ਚਾਹੀਦੀ ਹੈ ਕੰਮਾਂ ਦੀ, ਜਿਹੜੀ ਅਰਵਿੰਦ ਕੇਜਰੀਵਾਲ ਨੇ ਕਰਕੇ ਦਿਖਾਈ ਹੈ। ਪਰ ਜਿਵੇਂ ਹੁਣ ਡੇਰਾ ਮੁਖੀ ਨੂੰ ਸਿੱਟ ਨੇ ਸ਼ਾਮਲ ਕੀਤਾ ਹੈ ਉਸ FIR ਦੇ ਵਿੱਚ ਵੀ, ਤੁਹਾਨੂੰ ਲੱਗਦਾ ਹੈ ਕਿ ਇਹਨੂੰ ਸਿਆਸੀ ਇਸ਼ੂ ਨਹੀਂ ਬਣਾਉਣਾ ਚਾਹੀਦਾ? ਦੇਖੋ ਇਸ ਤਰ੍ਹਾਂ ਹੈ ਕਿ ਇਹ ਸਿਆਸੀ ਇਸ਼ੂ ਇਸ ਕਰਕੇ ਬਣ ਜਾਂਦਾ ਹੈ ਕਿ ਇਹ ਸਰਕਾਰਾਂ ਦੇ ਫੇਲੀਅਰ ਨੇ। ਇਹ ਫੇਲੀਅਰ ਤੁਸੀਂ ਅੱਜ ਦੀ ਗੱਲ ਨਾ ਕਰੋ, ਅੱਜ ਤੋਂ 5 ਸਾਲ ਪਿੱਛੇ ਚਲੇ ਜਾਓ। ਆਹੀ ਦਿਨ ਸੀਗੇ 2015 ਦੇ ਵਿੱਚ ਜਦ ਸੁਖਬੀਰ ਬਾਦਲ ਹੋਣਾ ਨੇ ਆਪਦੇ ਫੇਲੀਅਰ ਛਪਾਉਣ ਦੇ ਲਈ ਬਰਗਾੜੀ ਬਾਈਬਲ ਕਲਾਂ ਹੋਇਆ। ਠੀਕ ਹੈ, ਅੱਜ ਉਦੋਂ 1.5 ਸਾਲ ਰਹਿੰਦਾ ਸੀਗਾ ਇਲੈਕਸ਼ਨ ਦੇ ਵਿੱਚ, ਅੱਜ ਵੀ ਐਗਜ਼ੈਕਟਲੀ 1.5 ਸਾਲ ਰਹਿੰਦਾ ਹੈ। ਤੇ ਬਾਕੀ ਸਾਰੀਆਂ ਚੀਜ਼ਾਂ ਤੋਂ ਧਿਆਨ ਭਟਕਾਉਣ ਦੇ ਲਈ ਕਿ ਲੋਕ ਇਹ ਨਾ ਪੁੱਛਣ ਵੀ ਜੀ ਸਾਡਾ ਕਰਜ਼ਾ ਮਾਫੀ ਕਿਹਾ ਸੀਗਾ, ਸਾਨੂੰ ਘਰ ਘਰ ਨੌਕਰੀ ਕਿਹਾ ਸੀਗਾ, ਸਾਡੇ ਸਸਤੀ ਬਿਜਲੀ ਕਹੀ ਸੀ, ਮਾਫੀਆ ਖਤਮ ਕਰਨ ਦੀ ਗੱਲ ਕੀਤੀ ਸੀਗੀ, ਤੁਸੀਂ ਨਸ਼ੇ ਖਤਮ ਕਰਨ ਦੀ ਗੱਲ ਕੀਤੀ ਸੀਗੀ। ਇਹਨਾਂ ਗੱਲਾਂ ਤੋਂ ਧਿਆਨ ਭਟਕਾਉਣ ਦੇ ਲਈ ਹੁਣ ਕੈਪਟਨ ਅਮਰਿੰਦਰ ਸਿੰਘ ਜੀ ਫੇਰ ਉਹੀ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਉਹ ਡੇਰੇ ਵੱਲ ਤੇ ਡਿਵੀਜ਼ਨ ਕਰ ਰਹੇ ਨੇ, ਉਹ ਡੇਰੇ ਦੀ ਔਰ ਸਿੱਖ ਸਾਈਕੀ ਦੀ ਵੋਟ ਦੀ। ਹੋਰ ਕੱਖ ਨਹੀਂ ਕਰ ਰਹੀਆਂ ਇਹ ਸਰਕਾਰਾਂ। ਇਹ ਮਸਲਾ ਸ਼ੁਰੂ ਕਦੋਂ ਹੋਇਆ ਸੀਗਾ? 2007 ਤੋਂ। ਉਹ ਕਦੋਂ ਸ਼ੁਰੂ ਹੋਇਆ? ਜਦੋਂ 2007 ਦੇ ਵਿੱਚ ਇਸੇ ਕਾਂਗਰਸ ਪਾਰਟੀ ਦੀ ਸਪੋਰਟ ਹੈ ਜਿਹੜੀ ਡੇਰੇ ਨੇ 2007 ਦੀਆਂ ਚੋਣਾਂ ਦੇ ਵਿੱਚ ਕੀਤੀ। ਤੇ ਉਸ ਤੋਂ ਮਗਰੋਂ ਸਲਾਬਤਪੁਰੇ ਵਾਲਾ ਇਨਸੀਡੈਂਟ ਹੋਇਆ ਜਦ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਪਾਈ ਉਹਨਾਂ ਨੇ, ਤੇ ਉਸ ਤੋਂ ਮਗਰੋਂ ਦਾ ਇਹੋ ਜਿਹੀ ਅੱਗ ਲੱਗੀ ਹੈ ਪੰਜਾਬ ਦੇ ਵਿੱਚ। ਅੱਜ 13 ਸਾਲ ਹੋ ਗਏ ਇਹਨਾਂ ਚੀਜ਼ਾਂ ਦੇ ਵਿੱਚ ਹੀ ਉਲਝੇ ਪਏ ਆ। ਕੋਈ ਨੌਕਰੀ ਦੀ ਗੱਲ ਨਹੀਂ ਕਰਦਾ, ਕੋਈ ਡਿਵੈਲਪਮੈਂਟ ਦੀ ਗੱਲ ਨਹੀਂ ਕਰਦਾ, ਕੋਈ ਪੰਜਾਬ ਦੇ ਸਿਰ 2.5 ਲੱਖ ਕਰੋੜ ਕਰਜ਼ੇ ਚੜੇ ਦੀ ਗੱਲ ਨਹੀਂ ਕਰਦਾ ਹੈਗਾ, ਕੋਈ ਪੰਜਾਬ ਦੀ ਜਵਾਨੀ ਹਰ ਸਾਲ 1.5 ਲੱਖ ਬੱਚਾ ਜਿਹੜਾ ਨੌਜਵਾਨ ਉਹ ਬਾਹਰ ਚਲਾ ਜਾਂਦਾ, ਜਿੰਨਾ ਪਿੱਛੇ 30,000 ਕਰੋੜ ਪੰਜਾਬ ਦਾ ਰੈਵਨਿਊ ਚਲਾ ਜਾਂਦਾ, ਕੋਈ ਉਹਦੀ ਗੱਲ ਨਹੀਂ ਕਰਦਾ ਹੈਗਾ। ਤੁਸੀਂ ਕੌਨਫੀਡੈਂਸ ਤੁਹਾਡੀ ਪਾਰਟੀ ਕੌਨਫੀਡੈਂਸ ਰੱਖਦੀ ਹੈ ਕਿ ਇਹਨਾਂ ਇਸ਼ੂਜ਼ ਦੇ ਉੱਤੇ ਇਸ ਵਾਰ ਕੰਸਟਰਕਟਿਵ ਇਸ਼ੂਜ਼ ਦੇ ਉੱਤੇ ਆ ਕੇ ਪੰਜਾਬ 'ਚ ਵੋਟ ਮੰਗੀ ਜਾਊਗੀ? ਦੇਖੋ ਜੀ, ਮੈਂ ਜੇ ਤੁਸੀਂ ਪਾਰਟੀ ਦਾ ਡਿਸੀਜਨ ਤਾਂ ਡੈਫੀਨਿਟਲੀ ਯੈਸ ਪਾਰਟੀ ਹੀ ਦੱਸੇਗੀ, ਪਰ ਮੈਂ ਜਦੋਂ ਵੀ ਗੱਲ ਚੱਲਦੀ ਹੈ ਪਾਰਟੀ ਦੇ ਵਿੱਚ, ਮੈਂ ਇਸ ਗੱਲ ਦੇ ਉੱਪਰ ਬੜਾ 100% ਕਲੀਅਰ ਆ ਤੇ ਕਲੀਅਰ ਰਹੂੰਗਾ ਸਾਰੀ ਉਮਰ ਕਿ ਇਸ਼ੂਜ਼ ਨੇ ਜਿਹੜੇ ਉਹ ਪੋਜ਼ਿਟਿਵ ਹੋਣੇ ਚਾਹੀਦੇ ਨੇ। ਉਹ ਨੈਗੇਟਿਵਿਟੀ ਅਮਨ ਅਰੋੜਾ ਕਿੰਨਾ ਮਾੜਾ ਹੈ, ਇਹ ਮੱਕੜ ਸਾਹਿਬ ਦੀ ਸਟਰੈਂਥ ਕਿਉਂ ਹੈ ਜੀ? ਇੱਕ ਦੂਜੇ ਨਾਲੋਂ ਆਪਾਂ ਚੰਗੇ ਹੋਈਏ ਤਾਂ ਕਿਸੇ ਦਾ ਫਾਇਦਾ ਹੋਊਗਾ। ਜੇ ਆਪਾਂ ਇੱਕ ਦੂਜੇ ਦੇ ਵਿੱਚ ਨਗੋਚੇ ਹੀ ਕੱਢੀ ਜਾਣੀਆਂ ਨੇ, ਇੱਕ ਦੂਜੇ ਦੇ ਉੱਪਰ ਚਿੱਕੜ ਛਾਲੀ ਹੋਈ ਕਰੀ ਜਾਣੀ ਹੈ, ਤੇ ਇਹਦੇ ਨਾਲ ਤਾਂ ਕਿਸੇ ਦਾ ਵੀ ਫਾਇਦਾ ਨਹੀਂ ਹੋਣਾ ਹੈਗਾ। ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਪੋਲਿਟਿਕਸ ਹੈ ਜਿਹੜੀ ਉਹ ਹਮੇਸ਼ਾ ਪੋਜ਼ਿਟਿਵ ਪਰਸਪੈਕਟਿਵ ਦੇ ਵਿੱਚ ਹੋਣੀ ਚਾਹੀਦੀ ਹੈ। ਹਾਂ, ਮੱਕੜ ਸਾਹਿਬ ਨੇ ਅੱਜ ਏਡੀ ਲੰਬੀ ਲਾਈਨ ਖਿੱਚੀ, ਅਮਨ ਅਰੋੜਾ ਚੈਲੰਜ ਕਰੇ ਮੈਂ ਤੁਹਾਡੇ ਤੋਂ 2 ਫੁੱਟ ਲੰਬੀ ਲਾਈਨ ਖਿੱਚੂਗਾ, ਕੋਈ ਤੀਜਾ ਭੈਣ ਭਾਈ ਕਰੇ ਵੀ ਮੈਂ 4 ਫੁੱਟ ਲੰਬੀ ਲਾਈਨ ਖਿੱਚੂਗਾ, ਉਹ ਤਾਂ ਕੋਈ ਕਰਦਾ ਨਹੀਂ ਹੈਗਾ ਇੱਥੇ। ਉਹ ਦੂਜਾ ਮਾੜਾ, ਦੂਜਾ ਮਾੜਾ, ਦੂਜਾ ਮਾੜਾ, ਆਹੀ ਕੁਝ ਚੱਲੀ ਜਾਂਦਾ, ਲੋਕ ਉਹਦੇ ਵਿੱਚ ਉਲਝ ਜਾਂਦੇ ਨੇ ਤੇ ਵਿਚਾਰੇ ਉਹ ਚੱਕੀ ਦੇ ਪੁੜਾ ਵਾਂਗੂ, ਕੋਲੂ ਦੇ ਬੈਲ ਵਾਂਗੂ, ਠੀਕ ਹੈ ਨਾ, ਉਹ ਉੱਥੇ ਖੜਾ ਤੇ ਬੈਲ ਘੁੰਮੀ ਜਾਂਦੇ ਤੇ ਲੋਕਾਂ ਦਾ ਲੋਕ ਪੀਸੀ ਜਾਂਦੇ ਨੇ, ਵਿਚਾਰੇ ਪੰਜਾਬ ਕਰਜਈ ਹੋਈ ਜਾਂਦਾ, ਕਿਸਾਨ ਖੁਦਕੁਸ਼ੀਆਂ ਕਰੀ ਜਾਂਦੇ ਨੇ, ਨੌਜਵਾਨ ਨਸ਼ਿਆਂ 'ਚ ਪਏ ਨੇ, ਜਿਹਦੇ ਕੋਲ 4 ਪੈਸੇ ਨੇ ਉਹ ਆੜਤੀਏ ਤੋਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਉਹ ਬਾਹਰ ਭੇਜੀ ਜਾਂਦੇ ਨੇ। ਸੋ ਰੱਬ ਹੀ ਰੱਖਿਆ ਜੀ, ਜਦੋਂ ਤੱਕ ਲੋਕ ਇਹ ਫੈਸਲਾ ਨਹੀਂ ਕਰਨਗੇ ਕਿ ਅਸੀਂ ਸਖਤ ਡਿਸੀਜਨ ਲੈਣੇ ਨੇ, ਸਖਤ ਫੈਸਲੇ ਲੈਣੇ ਨੇ, ਉਦੋਂ ਤੱਕ ਪੰਜਾਬ ਦਾ ਸੁਧਾਰ ਹੋਣਾ ਬਹੁਤ ਮੁਸ਼ਕਿਲ ਹੈ। ਅਮਨ ਜੀ, ਆਖਰੀ ਸਵਾਲ ਹੈ। ਭਗਵੰਤ ਮਾਨ ਅਕਸਰ ਕਹਿੰਦੇ ਸੀਗੇ ਕਿ ਮੈਂ ਢੀਂਡਸਾ ਸਾਹਿਬ ਨੂੰ ਮਾਂਜਤਾ ਸਪੀਚਾਂ 'ਚੋਂ, ਹੁਣ ਉਹ ਅਕਾਲੀ ਦਲ ਛੱਡ ਗਏ ਨੇ, ਤਾਂ ਕਦੇ ਟਾਕ ਹੋਈ, ਗੱਲਬਾਤ ਹੋਈ ਕਿ ਸੇਮ ਲਾਈਨਸ ਦੇ ਉੱਤੇ ਕਦੇ ਆ ਸਕਦੇ ਹੋ ਤੁਸੀਂ? ਨਹੀਂ, ਦੇਖੋ ਇਹ ਤਾਂ ਢੀਂਡਸਾ ਮਾਨ ਸਾਹਿਬ ਵੀ ਦੱਸ ਸਕਦੇ ਨੇ ਕਿ ਉਹਨਾਂ ਦੀ ਗੱਲ ਕੋਈ ਇਸ ਬਾਰੇ ਹੋਈ ਹੈ ਕਿ ਨਹੀਂ, ਪਰ ਮੇਰੀ ਕਿਉਂਕਿ ਮੇਰੀ ਮੱਕੜ ਸਾਹਿਬ ਬੜੀ ਸਪਸ਼ਟ ਆਦਤ ਹੈ, ਜਿਹੜੀ ਚੀਜ਼ ਮੈਂ ਅੱਖੀਂ ਦੇਖ ਨਹੀਂ ਲੈਂਦਾ ਜਾਂ ਕੰਨੀ ਸੁਣ ਨਹੀਂ ਲੈਂਦਾ ਹੈਗਾ, ਮੈਂ ਉਹਦੇ ਬਾਰੇ ਬੜਾ ਕਮੈਂਟ ਨਹੀਂ ਕਰਦਾ ਹੈਗਾ। ਜਿਹੜੀ ਚੀਜ਼ ਦੇਖ ਜਾਂ ਸੁਣ ਲੈਣਾ ਉਹਦੇ ਬਾਰੇ ਮੇਰੀ ਵਿਜ਼ਨ ਹੈ ਜਿਹੜੀ ਉਹ ਬੜੀ ਕਲੀਅਰ ਹੁੰਦੀ ਹੈ। ਸੋ ਇਸ ਕਰਕੇ ਇਹ ਜਿਹੜਾ ਸਵਾਲ ਹੈ ਇਹ ਬਿਹਤਰ ਹੈ ਤੁਸੀਂ ਮਾਨ ਸਾਹਿਬ ਤੋਂ ਹੀ ਪੁੱਛੋ। ਤੁਹਾਨੂੰ ਕੀ ਲੱਗਦਾ, ਤੁਹਾਡਾ ਓਪੀਨੀਅਨ ਕੀ ਹੈ ਕਿ ਕੀ
ਜਿਹੜੇ ਅਕਾਲੀ ਦਲ ਨੂੰ ਛੱਡ ਰਹੇ ਆ ਜਾਂ ਕਾਂਗਰਸ ਨੂੰ, ਜਿਵੇਂ ਪਿਛਲੀ ਵਾਰੀ ਬਹੁਤ ਸਾਰੇ ਚਿਹਰੇ ਜੁਆਇਨ ਕਰਾਏ ਗਏ ਸੀ, ਇਸ ਵਾਰ ਸੇਮ ਲਾਈਨਸ ਤੇ ਇਕੱਠੇ ਹੋ ਸਕਦੇ? ਨਹੀਂ ਦੇਖੋ, ਫਿਰ ਉਹੀ ਗੱਲ ਘੁੰਮ ਫਿਰ ਕੇ ਫਿਰ ਉੱਥੇ ਆ ਜਾਂਦੀ ਹੈ ਕਿ ਨੰਬਰ 1 ਇਹ ਬੜੀਆਂ ਪ੍ਰੀ ਮੈਚੁਰ ਗੱਲਾਂ ਨੇ। ਨੰਬਰ 2 ਮੈਂ ਇਹਦੇ ਬਾਰੇ ਕੋਈ ਫੈਸਲਾ ਸੁਣਾਉਣ ਵਾਲਾ ਜਾਂ ਗੱਲ ਕਰਨ ਵਾਲਾ ਨਹੀਂ ਹੈਗਾ। ਜੇ ਮੇਰੇ ਤੋਂ ਮੇਰੀ ਪਾਰਟੀ ਪੁੱਛੇਗੀ ਤੇ ਮੈਂ ਉਹ ਅੰਦਰ ਬੈਠ ਕੇ ਆਪਦਾ ਵਿਊ ਪੁਆਇੰਟ ਜਿਹੜਾ ਉਹ ਜ਼ਰੂਰ ਦਊਂਗਾ। ਪਾਰਟੀ ਨੂੰ ਦਿਓਗੇ? ਆਬਵੀਅਸਲੀ ਜੀ ਮੈਂ ਪਾਰਟੀ ਨਹੀਂ ਦਊਂਗਾ, ਮੈਂ ਤੁਹਾਨੂੰ ਕਿਉਂ ਦਊਂਗਾ ਜਾਂ ਤੁਹਾਡੇ ਦਰਸ਼ਕਾਂ ਨੂੰ ਕਿਉਂ ਦਊਂਗਾ? ਸੋ ਇਸ ਕਰਕੇ ਉਹ ਜਦੋਂ ਮੈਨੂੰ ਮੇਰੀ ਪਾਰਟੀ ਲੋਕਾਂ ਨੂੰ ਤਾਂ ਦੇ ਸਕਦੇ ਹੋ, ਤੁਸੀਂ ਲੋਕਾਂ ਦੇ ਲੀਡਰ ਹੋ। ਦੇਖੋ ਉਹਦੇ ਚ ਲੋਕਾਂ ਦੇ ਲਈ ਅਮਨ ਅਰੋੜਾ ਦਾ ਵਿਊ ਪੁਆਇੰਟ ਜਿਹੜਾ ਮੈਟਰ ਨਹੀਂ ਕਰਦਾ ਹੈਗਾ, ਉਹਨਾਂ ਲਈ ਮੈਟਰ ਕਰਦਾ ਆਮ ਆਦਮੀ ਪਾਰਟੀ ਦਾ ਵਿਊ ਪੁਆਇੰਟ। ਤੇ ਆਮ ਆਦਮੀ ਪਾਰਟੀ ਦੇ ਵਿਊ ਪੁਆਇੰਟ ਨੂੰ ਕਿਸ ਤਰੀਕੇ ਦੇ ਨਾਲ ਸਹੀ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਣਾ ਹੈ, ਉਹਦੇ ਚ ਮੈਂ ਰੋਲ ਅਦਾ ਹਮੇਸ਼ਾ ਕਰਦਾ ਰਿਹਾ ਤੇ ਕਰਦਾ ਰਹੂੰਗਾ। ਬਹੁਤ ਸ਼ੁਕਰੀਆ, ਤੁਸੀਂ ਸਮਾਂ ਦਿੱਤਾ ਸਾਨੂੰ। ਮਿਹਰਬਾਨੀ, ਧੰਨਵਾਦ, ਥੈਂਕ ਯੂ।